हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 10ਵੇਂ ਚੈਪਟਰ ਆਫਟਰ 20 ਇਅਰਸ ਜੋ ਕਿ ਇੱਕ ਸਟੋਰੀ ਹੈ ਜਿਸ ਨੂੰ ਓ ਹੈਨਰੀ ਨੇ ਲਿਖਿਆ ਹੋਇਆ ਹੈ। ਅੱਜ ਅਸੀਂ ਇਸ ਸਟੋਰੀ ਦੀ ਕੰਪਰੀਹੈਂਸਿਵ ਐਨਾਲਿਸਿਸ ਅਤੇ ਐਕਸਪਲੇਨੇਸ਼ਨ ਕਵਰ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਪਹਿਲਾ ਵੀਡੀਓ ਹੋਏਗਾ। ਤਾਂ ਸਾਡਾ ਜਿਹੜਾ 10th ਚੈਪਟਰ ਹੈ ਬੇਟਾ ਇਹ ਦ ਲਿਟਰੇਰੀ ਪੈਟਲਸ ਦਾ ਹੈ ਆਫਟਰ 20 ਇਅਰਸ। 20 ਈਅਰਸ ਦਾ ਮਤਲਬ 20 ਸਾਲ, ਆਫਟਰ ਦਾ ਮਤਲਬ ਬਾਅਦ, 20 ਸਾਲ ਬਾਅਦ। ਇਹ ਓ ਹੈਨਰੀ ਦਾ ਚੈਪਟਰ ਲਿਖਿਆ ਹੋਇਆ ਹੈ। ਕੁਛ ਯਾਦ ਆਇਆ ਓ ਹੈਨਰੀ ਦਾ ਨਾਮ ਸੁਣ ਕੇ? ਬਹੁਤ ਹੀ ਖੂਬਸੂਰਤ ਚੈਪਟਰ ਇਹਨਾਂ ਦਾ ਲਿਖਿਆ ਹੋਇਆ, ਤੁਸੀਂ ਪੜ੍ਹਿਆ ਹੋਇਆ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਬੇਟਾ ਜਿਹੜਾ ਉੱਪਰਲਾ ਇੰਟਰੋਡਕਟਰੀ ਪੈਰਾਗ੍ਰਾਫ ਹੈ ਉਹ ਪੜ੍ਹਦੇ ਹਾਂ, ਤੁਹਾਨੂੰ ਉੱਥੋਂ ਪਤਾ ਲੱਗ ਜਾਏਗਾ। ਹੈਨਰੀ ਇਜ਼ ਦਾ ਪੈਨ ਨੇਮ ਆਫ ਵਨ ਆਫ ਦਾ ਮੋਸਟ ਪਪੂਲਰ ਸ਼ਾਰਟ ਸਟੋਰੀ ਰਾਈਟਰਸ ਆਫ ਅਮਰੀਕਾ। ਅਮਰੀਕਾ ਦੇ ਜਿਹੜੇ ਸ਼ਾਰਟ ਸਟੋਰੀ ਰਾਈਟਰਸ ਹੋਏ ਨੇ, ਲਘੂ ਕਹਾਣੀਆਂ ਜਿਹੜੇ ਲਿਖਦੇ ਨੇ, ਉਹਨਾਂ ਚੋਂ ਜੇ ਆਪਾਂ ਬਹੁਤ ਜ਼ਿਆਦਾ ਪਪੂਲਰ ਅਸੀਂ ਰਾਈਟਰਸ ਦੀ ਲਿਸਟ ਲਾਈਏ ਉਹਦੇ ਵਿੱਚੋਂ ਇੱਕ ਨਾਮ ਹੈ ਜੀ ਹੈਨਰੀ ਦਾ। ਪਰ ਹੈਨਰੀ ਇਹਨਾਂ ਦਾ ਪੈਨ ਨੇਮ ਹੈ, ਦੇਖੋ ਧਿਆਨ ਨਾਲ, ਪੈਨ ਨੇਮ। ਇਹਨਾਂ ਦਾ ਨੇਮ ਕੁਝ ਹੋਰ ਹੈ, ਪੈਨ ਨੇਮ ਕੁਝ ਹੋਰ ਹੁੰਦਾ ਹੈ। ਦੇयर ਇਜ਼ ਅ ਡਿਫਰੈਂਸ ਬਿਟਵੀਨ ਨੇਮ ਐਂਡ ਪੈਨ ਨੇਮ। ਨੇਮ ਤਾਂ ਸਾਰਿਆਂ ਦਾ ਹੁੰਦਾ, ਤੁਹਾਡਾ ਮੇਰਾ। ਪੈਨ ਨੇਮ ਹੁੰਦਾ ਹੈ ਕਿ ਜਦੋਂ ਸਪੋਜ਼ ਕਰੋ ਤੁਸੀਂ ਕੁਝ ਲਿਖਦੇ ਹੋ, ਲਿਖਦੇ ਹੋਏ ਤੁਸੀਂ ਆਪਣਾ ਨਾਮ ਕੋਈ ਹੋਰ ਪਾ ਦਿੰਦੇ, ਉਹਨੂੰ ਪੈਨ ਨੇਮ ਕਹਿੰਦੇ। ਕਿਸੇ ਰਾਈਟਰ ਨੇ ਮੰਨ ਲਓ ਸਟੋਰੀ ਲਿਖੀ, ਉਹਦਾ ਨਾਮ ਤਾਂ ਕੁਝ ਹੋਰ ਸੀ, ਸਟੋਰੀ ਦੇ ਨੀਚੇ ਉਹਨੇ ਆਪਣਾ ਨਾਮ ਬਦਲ ਕੇ ਕੋਈ ਹੋਰ ਰੱਖ ਲਿਆ, ਉਹਦਾ ਕੀ ਬਣ ਗਿਆ? ਪੈਨ ਨੇਮ ਬਣ ਗਿਆ। ਤਾਂ ਹੈਨਰੀ ਇਹਦਾ ਪੈਨ ਨੇਮ ਹੈ, ਰੀਅਲ ਨੇਮ ਇਹਦਾ ਹੋਰ ਹੈ। ਦਿਸ ਵਰਸੇਟਾਈਲ ਜੀਨੀਅਸ ਵਿਲੀਅਮ ਸਿਡਨੀ ਪੋਟਰ, ਇਹ ਇਹਨਾਂ ਦਾ ਰੀਅਲ ਨੇਮ ਹੈ ਜੀ, ਵਿਲੀਅਮ ਸਿਡਨੀ ਪੋਟਰ। ਤੇ ਵਰਸੇਟਾਈਲ ਨੇ, ਵਰਸੇਟਾਈਲ ਦਾ ਮਤਲਬ ਹੁੰਦਾ ਬੇਟਾ ਇਸ ਇਨਸਾਨ 'ਚ ਬਹੁਤ ਜ਼ਿਆਦਾ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲਿਖਣ ਦੀ ਕਲਾ ਹੁੰਦੀ ਹੈ। ਵਰਸੇਟਾਈਲ ਆਪਾਂ ਕਹਿ ਨਹੀਂ ਦਿੰਦੇ ਵੀ ਆ ਬੜਾ ਵਰਸੇਟਾਈਲ ਸਿੰਗਰ ਹੈ। ਵਰਸੇਟਾਈਲ ਸਿੰਗਰ ਦਾ ਮਤਲਬ ਹੁੰਦਾ ਹੈ ਕਿ ਉਹ ਹਰ ਤਰ੍ਹਾਂ ਦੇ ਸੌਂਗ ਗਾ ਲੈਂਦਾ, ਸੈਡ ਸੌਂਗਸ ਗਾ ਲੈਂਦਾ, ਰੋਮਾਂਟਿਕ ਗਾ ਲੈਂਦਾ, ਦੇਸ਼ ਭਗਤੀ ਦੇ ਗਾ ਲੈਂਦਾ, ਨਜ਼ਮਾਂ ਗਾ ਲੈਂਦਾ, ਗਜ਼ਲ ਗਾ ਲੈਂਦਾ। ਤਾਂ ਉਹਨੂੰ ਅਸੀਂ ਵਰਸੇਟਾਈਲ ਕਹਿੰਦੇ ਹਾਂ ਵੀ ਹਰ ਫਨ 'ਚ ਮਾਹਿਰ ਹੈ ਉਹ, ਵਰਸੇਟਾਈਲ। ਤਾਂ ਜੇ ਆਪਾਂ ਕਿਸੇ ਰਾਈਟਰ ਦੇ ਲਈ ਵਰਸੇਟਾਈਲ ਸ਼ਬਦ ਯੂਜ਼ ਕਰੀਏ, ਇਹਦਾ ਮਤਲਬ ਉਹ ਪੋਇਮਸ ਵੀ ਲਿਖ ਲੈਂਦਾ ਹੈ, ਨੋਵਲਸ ਵੀ ਲਿਖ ਲੈਂਦਾ ਹੈ, ਸਟੋਰੀਜ਼ ਵੀ ਲਿਖ ਲੈਂਦਾ ਹੈ, ਐਸੇ ਵੀ ਲਿਖ ਲੈਂਦਾ ਹੈ, ਉਹਨੂੰ ਅਸੀਂ ਵਰਸੇਟਾਈਲ ਜੀਨੀਅਸ ਕਹਿੰਦੇ। ਤਾਂ ਇਹਨਾਂ ਦਾ ਟਾਈਮ ਪੀਰੀਅਡ ਲਿਖਿਆ ਹੋਇਆ ਜੀ 1862 to 1910 ਦੇ ਵਿੱਚ। ਹੈਜ਼ ਮੋਰ ਦੈਨ 600 ਸਟੋਰੀਜ਼ ਟੂ ਹਿਸ ਕ੍ਰੈਡਿਟ, ਇਹਨਾਂ ਨੇ 600 ਤੋਂ ਜ਼ਿਆਦਾ ਕਹਾਣੀਆਂ ਲਿਖੀਆਂ ਨੇ। ਟੂ ਹਿਸ ਕ੍ਰੈਡਿਟ ਦਾ ਮਤਲਬ ਇਹਨਾਂ ਨੂੰ ਮਾਣ ਜਾਂਦਾ ਹੈ, ਕ੍ਰੈਡਿਟ ਦਾ ਮਤਲਬ ਕੀ ਹੁੰਦਾ ਹੈ? ਮਾਣ, ਕਿ ਇਹ ਚੀਜ਼ ਇਹਨਾਂ ਦੇ ਮਾਣ ਦੇ ਲਈ ਹੈ, ਇਹਨਾਂ ਦੇ ਮਾਣ ਜਾਂਦਾ ਇਸ ਗੱਲ ਦਾ ਕਿ ਇਹਨਾਂ ਨੇ 600 ਤੋਂ ਜ਼ਿਆਦਾ ਸ਼ਾਰਟ ਸਟੋਰੀਜ਼ ਲਿਖੀਆਂ ਨੇ। ਹਿਸ ਸ਼ਾਰਟ ਸਟੋਰੀ ਕਲੈਕਸ਼ਨਸ ਇਨਕਲੂਡ ਕੈਬੇਜ ਐਂਡ ਕਿੰਗਸ, ਦ 4 ਮਿਲੀਅਨ ਐਂਡ ਹਾਰਟਸ ਆਫ ਦ ਵੈਸਟ। ਤਾਂ ਤੁਹਾਨੂੰ ਪਤਾ ਨਾ ਬੱਚਿਓ ਕਿ ਜਿਹੜੇ ਰਾਈਟਰਸ ਹੁੰਦੇ ਆ ਆਪਣੀਆਂ ਸ਼ਾਰਟ ਸਟੋਰੀਜ਼ ਦੀ ਕਲੈਕਸ਼ਨ ਪਬਲਿਸ਼ ਕਰਦੇ ਆ, ਇੱਕ ਬੁੱਕ ਪਬਲਿਸ਼ ਕਰਦੇ ਆ ਜਿਹਦੇ 'ਚ ਕਾਫੀ ਸਾਰੀਆਂ ਕਹਾਣੀਆਂ ਹੁੰਦੀਆਂ ਇੱਕ ਬੁੱਕ ਦੇ ਵਿੱਚ। ਤਾਂ ਇਹਨਾਂ ਦੀਆਂ 3 ਬੁੱਕਸ ਦਾ ਨਾਮ ਹੈ ਜੀ, ਇੱਥੇ 3 ਵੋਲੀਅਮਸ ਦਾ ਨਾਮ ਹੈ ਜੋ ਪਬਲਿਸ਼ ਹੋਏ ਨੇ। ਪਹਿਲੀ ਹੈ ਕੈਬੇਜ ਐਂਡ ਕਿੰਗਸ, ਦੂਜੀ ਹੈ ਦ 4 ਮਿਲੀਅਨ, ਤੀਸਰੀ ਹੈ ਹਾਰਟ ਆਫ ਦ ਵੈਸਟ। The stories have excellent plots and interesting situations with surprise endings. 3 ਖਾਸੀਅਤਾਂ ਦੱਸੀਆਂ ਹੋਈਆਂ ਜੀ ਇਹਨਾਂ ਦੀਆਂ ਸਟੋਰੀਜ਼ ਦੀਆਂ। ਕਹਿੰਦੇ ਇਹਨਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਇਹਨਾਂ ਦੇ ਪਲਾਟ ਬੜੇ ਵਧੀਆ ਹੁੰਦੇ ਨੇ। ਪਹਿਲੀ ਚੀਜ਼ ਤਾਂ ਇਹ ਹੈ ਐਕਸੀਲੈਂਟ ਪਲਾਟ। ਪਲਾਟ ਦਾ ਮਤਲਬ ਸਮਝਦੇ ਹੋ ਵੀ ਜਿਹੜੀ ਰੂਪਰੇਖਾ ਬਣਾਉਂਦਾ ਇਹ ਕਹਾਣੀ ਦੀ, ਉਹ ਬਹੁਤ ਵਧੀਆ ਹੁੰਦੀ ਹੈ। ਫਿਰ ਉਹਦੇ ਵਿੱਚ ਜਿਹੜੀਆਂ ਸਿਚੁਏਸ਼ਨਸ ਪਾਉਂਦਾ, ਦੇਖੋ ਕਹਾਣੀ ਦੇ ਵਿੱਚ ਬੇਟਾ ਸਿਚੁਏਸ਼ਨਸ ਹੁੰਦੀਆਂ, ਹਾਲਾਤ ਹੁੰਦੇ ਨੇ, ਤਾਂ ਉਹ ਬੜੇ ਇੰਟਰਸਟਿੰਗ ਨੇ ਜੀ। ਇਹ ਦੂਸਰੀ ਇਹਦੀ ਖਾਸੀਅਤ ਹੈ ਇਹਨਾਂ ਦੀਆਂ ਕਹਾਣੀਆਂ ਦੀਆਂ। ਤੇ ਤੀਸਰੀ ਇਹਨਾਂ ਦੀ ਸਰਪ੍ਰਾਈਜ਼ ਐਂਡਿੰਗ ਹੁੰਦੀ ਹੈ ਕਿ ਸਾਨੂੰ ਪਤਾ ਨਹੀਂ ਹੁੰਦਾ ਵੀ ਐਂਡਿੰਗ ਐਵੇਂ ਹੋਊਗੀ, ਇੱਕਦਮ ਸਾਨੂੰ ਸਰਪ੍ਰਾਈਜ਼ ਆ ਮਿਲਦਾ। ਯਾਦ ਕਰੋ ਆਪਾਂ ਇੱਕ ਇਹੋ ਜਿਹੀ ਚੈਪਟਰ ਵੀ ਪੜ੍ਹਿਆ, ਅ ਯੰਗ ਟਰਕਿਸ਼ ਕੈਟਾਸਟ੍ਰਫੀ, ਉਹਦੇ ਵਿੱਚ ਵੀ ਉਹਦੇ ਰਾਈਟਰ ਦੀ ਖਾਸੀਅਤ ਇਹੀ ਦੱਸੀ ਗਈ ਸੀ। ਉਹਦੇ ਵਿੱਚ ਉਹਨਾਂ ਨੇ 2 ਖਾਸੀਅਤਾਂ ਦੱਸੀਆਂ ਸੀ, ਇੱਕ ਤਾਂ ਉਹਦੀ ਐਪੀਗ੍ਰਾਮੈਟਿਕ ਸਟਾਈਲ ਹੈ ਤੇ ਦੂਸਰਾ ਸਰਪ੍ਰਾਈਜ਼ ਐਂਡਿੰਗ ਹੈ। ਇੱਥੇ ਥੋੜਾ ਜਿਹਾ ਚੇਂਜ ਹੈ, ਇੱਥੇ ਸਰਪ੍ਰਾਈਜ਼ ਐਂਡਿੰਗ ਹੈ, ਇੰਟਰਸਟਿੰਗ ਸਿਚੁਏਸ਼ਨਸ ਹੈ, ਐਕਸੀਲੈਂਟ ਪਲਾਟਸ ਹੈ। ਤਾਂ ਕੁਝ ਕਹਾਣੀਆਂ ਦੇ ਨਾਮ ਹੈ ਜੀ, ਹੁਣ ਤੁਹਾਨੂੰ ਯਾਦ ਆ ਜਾਏਗਾ। ਦ ਗਿਫਟ ਆਫ ਦ ਮਜਾਈ, ਦ ਲਾਸਟ ਲੀਫ ਐਂਡ ਜਿਮੀ ਵੈਲੈਂਟਾਈਨ ਆਰ ਸਮ ਆਫ ਦ ਬੈਸਟ ਨੋਨ ਆਫ ਹਿਸ ਸ਼ਾਰਟ ਸਟੋਰੀਜ਼। ਤਾਂ ਇਹਦੀਆਂ 3 ਕਹਾਣੀਆਂ ਬੇਟਾ ਬਹੁਤ ਜ਼ਿਆਦਾ ਪਪੂਲਰ ਹੋਈਆਂ ਨੇ। ਦ ਗਿਫਟ ਆਫ ਦ ਮਜਾਈ ਜਿਹੜੀ ਹੈ ਮੈਂ ਪੜ੍ਹੀ ਹੋਈ ਹੈ, ਬੜੀ ਵਧੀਆ ਸਟੋਰੀ ਹੈ। ਦ ਲਾਸਟ ਲੀਫ ਤੁਸੀਂ ਸਾਰਿਆਂ ਨੇ ਪੜ੍ਹੀ ਹੋਈ ਹੈ।
ਜੌਨਸੀ, ਸਿਊ, ਬਹਿਰਮਾਨ ਆ ਗਏ ਯਾਦ? ਉਹ ਸਟੋਰੀ ਵੀ ਕਿਹਦੀ ਲਿਖੀ ਹੋਈ ਸੀ? ਓ ਹੈਨਰੀ ਦੀ ਲਿਖੀ ਹੋਈ ਸੀ। ਤੇ ਇੱਕ ਹੋਰ ਸਟੋਰੀ ਦਾ ਨਾਮ ਹੈ ਜੀ ਜਿਮੀ ਵੈਲੈਂਟਾਈਨ। ਇਹ ਵੀ ਬੜੀ ਵਧੀਆ ਸਟੋਰੀ ਹੈ। ਤਾਂ ਇਹ ਤਿੰਨੇ ਸਟੋਰੀਜ਼ ਬਹੁਤ ਜ਼ਿਆਦਾ ਪਪੂਲਰ ਹੋਈਆਂ ਨੇ, ਬੈਸਟ ਮੰਨੀਆਂ ਜਾਂਦੀਆਂ ਨੇ ਇਸ ਰਾਈਟਰ ਦੀਆਂ। ਸਟੂਡੈਂਟਸ, ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ 12ਵੀਂ ਕਲਾਸ ਇੰਗਲਿਸ਼ ਇਲੈਕਟਿਵ ਦੇ ਟਰਮ 1 ਸਿਲੇਬਸ ਦੇ ਬਹੁਤ ਸਾਰੇ ਚੈਪਟਰਸ ਆਲਰੇਡੀ ਕਵਰ ਕਰ ਲਏ ਨੇ। ਸਾਡੀ ਪਹਿਲੀ ਬੁੱਕ ਹੈ ਡੀਅਰ ਟੂ ਆਲ ਦਾ ਮਿਊਜ਼ਿਸ, ਜਿਸ ਦਾ ਅਸੀਂ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ, ਸੈਕੰਡ ਚੈਪਟਰ ਅ ਮੋਸਟ ਫੋਰਗਿਵਿੰਗ ਏਪ, ਥਰਡ ਅ ਯੰਗ ਟਰਕਿਸ਼ ਕੈਟਾਸਟ੍ਰਫੀ, फोर्थ चैप्टर अ टाइनी सेंचुरी, फिफ्थ चैप्टर मनो माजरा, सिक्स चैप्टर जमैकन फ्रैगमेंट ਅਤੇ 7ਵਾਂ ਚੈਪਟਰ ਦ ਹੈਰੀਟੇਜ ਆਫ ਇੰਡੀਆ। ਇਹ ਸਾਰੇ ਚੈਪਟਰਸ ਅਸੀਂ ਡੀਅਰ ਟੂ ਆਲ ਦਾ ਮਿਊਜ਼ਿਕ ਦੇ ਕਵਰ ਕਰ ਲਏ ਨੇ। ਮੈਂ ਇਹਨਾਂ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ, ਕੁਐਸਚਨ ਆਨਸਰਸ ਦੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਇਸੇ ਤਰ੍ਹਾਂ ਬੱਚਿਓ ਸਾਡੀ ਦੂਸਰੀ ਬੁੱਕ ਹੈ ਦ ਲਿਟਰੇਰੀ ਪੈਟਲਸ, ਜਿਸ ਦੇ ਵੀ ਅਸੀਂ ਬਹੁਤ ਸਾਰੇ ਚੈਪਟਰਸ ਕਰੇ ਨੇ, ਜਿਵੇਂ ਕਿ ਪਹਿਲਾ ਚੈਪਟਰ ਹੈ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, फोर्थ ਚੈਪਟਰ ਹੈ ਦ ਗੈਂਬਲਿੰਗ ਮੈਚ, 7 ਚੈਪਟਰ ਹੈ ਦ ਇਟਰਨਲ ਵਾਈ। ਅਤੇ ਇਸੇ ਤਰ੍ਹਾਂ ਇਸ ਬੁੱਕ ਦੇ ਵਿੱਚ ਮੌਜੂਦ ਕੁਝ ਪੋਇਮਸ ਨੇ, ਜਿਵੇਂ ਕਿ ਪਹਿਲੀ ਪੋਇਮ ਹੈ ਤੁਹਾਡੀ ਬਾਰਡਰ ਗਾਰਡਸ, ਸੈਕਿੰਡ ਪੋਇਮ ਹੈ ਮਾਈ ਹਾਰਟ ਲੀਪਸ ਵੈਨ ਆਈ ਬਿਹੋਲਡ, ਤੀਸਰੀ ਪੋਇਮ ਦ ਕੁਆਲਿਟੀ ਆਫ ਮਰਸੀ, ਫੋਰਥ ਪੋਇਮ ਦ ਫੈਂਸੀ ਡਰੈਸ ਸ਼ੋ ਅਤੇ ਪੰਜਵੀਂ ਪੋਇਮ ਦ ਸੌਂਗ ਆਫ ਇੰਡੀਆ ਅਸੀਂ ਕਵਰ ਕਰ ਲਈ ਹੈ। ਤਾਂ ਬੱਚਿਓ, ਮੈਂ ਇਹਨਾਂ ਸਾਰੇ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਕੁਐਸਚਨ ਆਨਸਰ ਦੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਬੱਚਿਓ ਕਿ ਤੁਸੀਂ ਇਹ ਸਾਰੇ ਵੀਡੀਓ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਤਾਂ ਬੇਟਾ, ਜਿਹੜੀ ਸਟੋਰੀ ਹੈ ਨਾ ਆਫਟਰ 20 ਇਅਰਸ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਕਹਾਣੀ ਦੇ ਬਣੀ ਹੋਈ ਮੈਂ ਇੱਕ ਮੂਵੀ ਦੇਖੀ ਹੋਈ ਹੈ। ਪੁਰਾਣੀ ਮੂਵੀ ਹੈ, ਆਈ ਥਿੰਕ ਇਹ 1969 ਚ ਆਈ ਸੀ, ਔਰ ਮੂਵੀ ਦਾ ਨਾਮ ਸੀ ਸੱਚਾਈ। ਤਾਂ ਉਸ ਦੇ ਵਿੱਚ ਬਿਲਕੁਲ ਜਿਹੜੀ ਇਹ ਸਟੋਰੀ ਸੱਚਾਈ ਦੀ ਲਈ ਗਈ ਸੀ, ਉਹ ਇਸੇ ਮੈਨੂੰ ਲੱਗਦਾ ਹੈ ਕਿ ਇਸ ਸਟੋਰੀ ਦੇ ਬੇਸ ਤੇ ਬਣੀ ਹੋਈ ਆ। ਤਾਂ ਬੜੀ ਇੰਟਰਸਟਿੰਗ ਕਹਾਣੀ ਹੈ ਜੀ, ਸੁਣਨ ਵਾਲੀ ਹੈ ਤੇ ਇੰਜੋਏ ਕਰੋਗੇ ਤੁਸੀਂ। ਲੈਟ ਅਸ ਸਟਾਰਟ ਦਾ ਸਟੋਰੀ। ਤਾਂ ਫਸਟ ਪੈਰਾਗ੍ਰਾਫ ਹੈ, ਦ ਪੁਲਿਸਮੈਨ ਔਨ ਦਾ ਬੀਟ ਮੂਵਡ ਅਪ ਦਾ ਕੁਆਇਟ ਰੋਡ ਸਮਾਰਟਲੀ। ਪਹਿਲੇ ਪੈਰੇ ਦੇ ਵਿੱਚ ਹੀ ਇੱਕ ਪੁਲਿਸਮੈਨ ਦੀ ਐਂਟਰੀ ਹੁੰਦੀ ਹੈ, ਸਿਪਾਹੀ ਦੀ। ਇੱਥੇ ਇੱਕ ਸ਼ਬਦ ਹੈ ਬੇਟਾ, ਐਕਚੁਅਲੀ ਫਰੇਜ਼ ਆਇਆ ਹੈ ਔਨ ਦਾ ਬੀਟ, ਤਾਂ ਇਹ ਤੁਹਾਡੀ ਗਲੋਸਰੀ 'ਚ ਹੈ। ਔਨ ਦਾ ਬੀਟ ਦਾ ਮਤਲਬ ਹੈ ਔਨ ਪੈਟਰੋਲ ਡਿਊਟੀ ਇਨ ਅ ਫਿਕਸਡ ਏਰੀਆ। ਤਾਂ ਸਿਪਾਹੀ ਕੀ ਕਰਦੇ ਆ ਬੇਟਾ, ਇੱਕ ਖਾਸ ਏਰੀਆ ਦੇ ਵਿੱਚ ਪੈਟਰੋਲਿੰਗ ਕਰਦੇ ਆ, ਗਸ਼ਤ ਲਗਾਉਂਦੇ ਆ। ਪੈਟਰੋਲ ਦਾ ਮਤਲਬ ਇੱਥੇ ਉਹ ਵਾਲਾ ਪੈਟਰੋਲ ਨਹੀਂ ਹੈ ਜਿਹੜਾ ਕਾਰਾਂ ਵਗੈਰਾ 'ਚ ਪੈਂਦਾ, ਇੱਥੇ ਪੈਟਰੋਲ ਦਾ ਮਤਲਬ ਹੈ ਗਸ਼ਤ ਲਗਾਉਂਦੇ। ਸਿਪਾਹੀ ਵਗੈਰਾ ਗਸ਼ਤ ਜਦੋਂ ਲਗਾਉਂਦੇ ਆ ਉਹਨੂੰ ਆਪਾਂ ਪੈਟਰੋਲਿੰਗ ਕਹਿੰਦੇ ਆ। ਤਾਂ ਜਦੋਂ ਕੋਈ ਸਿਪਾਹੀ ਪੈਟਰੋਲਿੰਗ ਕਰਦਾ ਹੈ ਕਿਸੇ ਫਿਕਸ ਏਰੀਆ 'ਚ, ਕਿਤੇ ਨੇ ਇਸ ਏਰੀਆ 'ਚ ਰਹਿਣਾ, ਤਾਂ ਅਸੀਂ ਉਸ ਨੂੰ ਔਨ ਦਾ ਬੀਟ ਕਹਿੰਦੇ ਹਾਂ। ਤਾਂ ਜਿਹੜਾ ਪੁਲਿਸਮੈਨ ਹੈ, ਸਿਪਾਹੀ ਹੈ, ਉਹ ਰੋਡ ਦੇ ਉੱਪਰ ਕੁਆਇਟ ਰੋਡ, ਐਕਚੁਅਲੀ ਕੁਆਇਟ ਰੋਡ ਦਾ ਮਤਲਬ ਸ਼ਾਂਤ ਰੋਡ ਹੈ, ਕਿ ਸ਼ਾਂਤ ਸੜਕ ਦੇ ਉੱਪਰ ਮੂਵ ਕਰ ਰਿਹਾ ਹੈ, ਪੈਟਰੋਲਿੰਗ ਕਰ ਰਿਹਾ ਹੈ। ਉਸ ਨੂੰ ਏਰੀਆ ਮਿਲਿਆ ਹੋਇਆ ਹੈ, ਲੇਕਿਨ ਇੱਕ ਸ਼ਬਦ ਵੀ ਪਾਇਆ ਹੋਇਆ ਸਮਾਰਟਲੀ। ਸਮਾਰਟਲੀ ਮਤਲਬ ਕਿ ਬੜੇ ਸਮਾਰਟ ਜਿਹੇ ਤਰੀਕੇ ਦੇ ਨਾਲ, ਜਿਵੇਂ ਸਿਪਾਹੀ ਤੁਰਦੇ ਹੁੰਦੇ ਨੇ ਥੋੜੀ ਜਿਹੀ ਸ਼ਾਨ ਜੇ ਨਾਲ, ਉਵੇਂ ਤੁਰ ਰਿਹਾ। His smartness was habitual and not for show, for spectators were few। ਕਹਿੰਦੇ ਜਿਹੜੀ ਉਹਦੀ ਸਮਾਰਟਨੈਸ ਸੀ, ਕਿ ਜਿਸ ਸ਼ਾਨ ਜੇ ਨਾਲ ਉਹ ਤੁਰ ਰਿਹਾ ਸੀ, ਉਹ ਉਹਦੀ ਆਦਤ ਹੈ, ਹੈਬਿਚੁਅਲ। ਉਹ ਹੈਬਿਚੁਅਲ ਹੈ, ਐਵੇਂ ਤੁਰਦਾ। ਕੁਝ ਬੰਦੇ ਹੁੰਦੇ ਨਾ ਜਿਹੜੇ ਸ਼ੋਅ ਜੀ ਮਾਰਦੇ ਆ, ਤਾਂ ਉਹ ਸ਼ੋਅ ਨਹੀਂ ਸੀ ਕਰ ਰਿਹਾ, ਨੋਟ ਫॉर ਸ਼ੋਅ, ਕਿ ਉਹ ਸ਼ੋਅ ਹੀ ਨਹੀਂ ਸੀ, ਉਹਦੀ ਆਦਤ ਹੈ ਕਿ ਐਵੇਂ ਤੁਰਦਾ ਉਹ। ਅਤੇ ਉੱਥੇ ਸਪੈਕਟੇਟਰਸ ਵੀ ਨਹੀਂ ਸੀਗੇ ਨਾ। ਸਪੈਕਟੇਟਰਸ ਦਾ ਮਤਲਬ ਹੁੰਦਾ ਬੇਟਾ ਆਡੀਅੰਸ, ਇਹ ਤੁਹਾਡੇ ਗਲੋਸਰੀ 'ਚ ਵੀ ਹੈ। ਤਾਂ ਸਪੈਕਟੇਟਰਸ ਦਾ ਮਤਲਬ ਹੈ ਜੀ ਪਰਸਨਸ ਹੂ ਕੇਮ ਟੂ ਵਾਚ ਐਨ ਇਵੈਂਟ। ਮੈਂ ਤੁਹਾਨੂੰ ਇਹੀ ਦੱਸਿਆ ਆਡੀਅੰਸ, ਕਿ ਮੰਨ ਲਓ ਕੋਈ ਬੰਦਾ ਕੋਈ ਚੀਜ਼ ਦੇਖਣ ਆ ਜੇ, ਕੋਈ ਸ਼ੋਅ ਦੇਖਣ ਆ ਜੇ, ਮੂਵੀ ਦੇਖਣ ਆ ਜੇ, ਤਾਂ ਅਸੀਂ ਉਸ ਨੂੰ ਕੀ ਕਹਿੰਦੇ ਆ, ਆਡੀਅੰਸ। ਆਡੀਅੰਸ ਦਾ ਦੂਸਰਾ ਨਾਮ ਕੀ ਹੈ, ਸਪੈਕਟੇਟਰਸ। ਦ ਟਾਈਮ ਵਾਜ਼ ਓਨਲੀ 10 o'clock ਐਟ ਨਾਈਟ। ਰਾਤ ਦੇ 10 ਵਜੇ ਹੋਏ ਹੈ। ਕੁਐਸਚਨ ਆ ਜਾਂਦਾ ਹੈ ਜੀ, ਛੋਟਾ ਇਹ ਤਾਂ ਕਿੰਨੇ ਵਜੇ ਦਾ ਟਾਈਮ ਹੈ ਜੀ, ਰਾਤ ਦੇ 10 ਵਜੇ ਹੈ। ਬਟ ਦ ਲੋਕੈਲਿਟੀ ਵਾਜ਼ ਵਨ ਦੈਟ ਕੈਪਟ अर्ਲੀ ਆਵਰਸ and chilly winds and a drizzle had almost deep people the streets। ਕਹਿੰਦੇ ਲੋਕੈਲਿਟੀ ਇਹ ਜੀ ਸੀ ਜਿਹੜੀ ਜਲਦੀ ਉਹ ਸੋ ਜਾਂਦੀ ਸੀ। ਇੱਥੇ ਨਾ ਇੱਕ ਤੁਹਾਡਾ ਇਡੀਅਮ ਆਇਆ ਹੈ, kept early hours। ਐਕਚੁਅਲੀ ਇਹ ਇਡੀਅਮ ਹੁੰਦਾ ਹੈ keep early hours। ਤਾਂ keep early hours ਦਾ ਮਤਲਬ ਉਹ ਹੁੰਦਾ ਬੇਟਾ, ਜਿਹੜਾ ਬੰਦਾ ਜਲਦੀ ਸੋ ਜਾਵੇ, ਜਲਦੀ ਉੱਠੇ, ਉਹਨੂੰ ਆਪਾਂ ਕਹਿੰਦੇ ਆ keep early hours। early hour ਦਾ ਮਤਲਬ ਕੀ ਹੁੰਦਾ, ਜਲਦੀ, ਪਹਿਲਾਂ ਵਾਲਾ ਸਮਾਂ early hours।
ਤਾਂ ਇੱਥੇ ਕੀ ਹੈ ਕਿ ਜਿਹੜੀ ਲੋਕੈਲਿਟੀ ਹੈ, ਜੋ ਲੋਕੈਲਿਟੀ ਦਾ ਮਤਲਬ ਜਿਹੜੇ ਉੱਥੇ ਉਸ ਥਾਂ ਤੇ ਲੋਕ ਰਹਿੰਦੇ ਨੇ ਉਹ ਜਲਦੀ ਸੋ ਜਾਂਦੇ ਹੈ। ਉਸ ਸਮੇਂ ਚਿਲੀ ਵਿੰਡ ਚੱਲ ਰਹੀ ਹੈ। ਚਿਲੀ ਵਿੰਡ मतलब ठंडी हवा चल रही है। ड्रिजल बूंदाबांदी हो रही है। ड्रिजल का मतलब की होंदी है जी बूंदाबांदी। तो इस करके कुछ तो लोग जल्दी सो जाते हैं, कुछ उत्थे चिली विंड चल रही है, ठंडी हवा, तीसरी ड्रिजल हो रही है। इस करके स्ट्रीट दे विच लोकी है नहीं। देखो ध्यान नाल डी पीपल शब्द पाया हुआ है। डी पीपल, तुसीं सारे पीपल शब्द नूं जानते हो। पीपल की होंदे हैं लोग, तो लोग पीपल नाउन है, इनू वर्ब बनाता है इन्होंने, डी लाती मुरे, डी पीपल का मतलब जो लोग नहीं होंगे उन्होंने कहते हैं। तो स्ट्रीट से हुण कोई भी इंसान नहीं है, सुनसान स्ट्रीट पई है, ताही तो क्वाइट रोड के है। देखो ध्यान नाल उपर क्वाइट रोड का मतलब सड़क आप तो नहीं शांत हुई कि उत्थे कोई आवाजाही नहीं हो रही, इस करके क्वाइट रोड है। सेकंड पैरा, एग्जामिनिंग क्लोज डोर एज ही वेंट, making various interesting and playful movements with his small stick, the officer with his stalwart figure and smart movements made a fine picture of the guardian of the law। ਹੁਣ ਉਹ ਬੰਦਾ ਕਰ ਕੀ ਰਿਹਾ ਹੈ? ਤਾਂ ਇੱਥੇ ਸਾਨੂੰ ਇਹ ਪਤਾ ਲੱਗ ਗਿਆ ਥੋੜਾ ਜਿਹਾ ਅਸਰ ਰਸੂਖ ਵਾਲਾ ਪੁਲਿਸਮੈਨ ਹੈ, ਆਫੀਸਰ ਹੈ। ਉਹ ਦੇਖੋ ਜੀ ਜਿਹੜੇ ਕਲੋਜ਼ ਡੋਰ ਹੈ, ਦਰਵਾਜ਼ੇ ਬੰਦ ਹੈ, 10 ਵਜੇ ਦਾ ਟਾਈਮ ਹੈ, ਰਾਤ ਦਾ ਟਾਈਮ ਹੈ, ਦਰਵਾਜ਼ੇ ਬੰਦ ਨੇ ਘਰਾਂ ਦੇ, ਦੁਕਾਨਾਂ ਦੇ, ਉਹਨਾਂ ਨੂੰ ਐਗਜ਼ਾਮਿਨ ਕਰ ਰਹੇ ਹੈ। ਐਗਜ਼ਾਮਿਨ ਦਾ ਮਤਲਬ ਦੇਖ ਰਹੇ ਹੈ। ਐਜ਼ ਇਵੈਂਟ ਜਿਵੇਂ ਉਹ ਤੁਰਦਾ ਜਾ ਰਿਹਾ ਹੈ, ਬੰਦ ਦਰਵਾਜ਼ਿਆਂ ਨੂੰ ਦੇਖਦਾ ਜਾ ਰਿਹਾ ਹੈ। ਉਹਦੇ ਹੱਥ 'ਚ ਇੱਕ ਸਮੌਲ ਸਟਿਕ ਵੀ ਹੈ, ਸਮੌਲ ਸਟਿਕ ਛੜੀ। ਉਹਦੇ ਨਾਲ ਉਹ ਛੜੀ ਦੇ ਨਾਲ ਪਲੇਫੁਲ ਮੂਵਮੈਂਟਸ, ਇੰਟਰਸਟਿੰਗ, ਜਿਵੇਂ ਛੜੀ ਨੂੰ ਘੁਮਾਉਂਦਾ ਜਾਂਦਾ ਬੰਦਾ। ਯਾਦ ਕਰੋ ਕੋਈ ਪੁਲਿਸਮੈਨ ਹੋਵੇ, ਉਹਦੇ ਹੱਥ 'ਚ ਸਟਿਕ ਹੋਵੇ, ਉਹਨੂੰ ਐ ਘੁਮਾਉਂਦਾ ਜਾਵੇ, ਐ ਕਰਦਾ ਜਾਵੇ। ਤਾਂ ਆਹ ਚੀਜ਼ਾਂ ਕਹੀਆਂ ਗਈਆਂ ਕਿ ਵੇਰੀਅਸ ਇੰਟਰਸਟਿੰਗ ਐਂਡ ਪਲੇਫੁਲ ਮੂਵਮੈਂਟਸ ਕਰ ਰਿਹਾ ਉਹਦੇ ਨਾਲ ਉਹ। ਫਿਰ ਉਹਦੇ ਬਾਰੇ ਦੱਸਿਆ ਹੋਇਆ ਕਿ ਉਹਦੀ ਫਿਗਰ ਕੈਸੀ ਹੈ, ਸਟਾਲਵਰਟ ਫਿਗਰ। ਸਟਾਲਵਰਟ ਸ਼ਬਦ ਤੁਹਾਡੀ ਗਲੋਸਰੀ 'ਚ ਹੈ, ਤਾਂ ਇਹਦਾ ਮਤਲਬ ਹੈ ਜੀ ਸਟਰੋਂਗ ਐਂਡ ਸਟਰਡੀ। ਸਟਰੋਂਗ ਦਾ ਮਤਲਬ ਤਾਕਤਵਰ, ਯਾਨੀ ਕਿ ਉਹਦੀ ਜਿਹੜੀ ਬੋਡੀ ਹੈ ਸਟਰੋਂਗ ਹੈ, ਮਾੜੇ ਸਰੀਰ ਵਾਲਾ ਬੰਦਾ ਨਹੀਂ, ਤਾਕਤਵਰ ਸਰੀਰ ਦਾ ਬੰਦਾ ਹੈ ਉਹ। ਸਮਾਰਟ ਮੂਵਮੈਂਟਸ ਕਰ ਰਿਹਾ ਹੈ, ਉਹ ਤਾਂ ਆਪਾਂ ਪਹਿਲਾਂ ਹੀ ਕਹਿ ਰਹੇ ਹਾਂ ਕਿ ਸਮਾਰਟਲੀ ਮੂਵ ਕਰਦਾ ਉਹ, ਸ਼ਾਨ ਦੇ ਨਾਲ ਚੱਲ ਰਿਹਾ ਹੈ। ਤਾਂ ਇੱਕ ਤਰੀਕੇ ਦੀ ਨਾ ਫਾਈਨ ਪਿਕਚਰ ਲੱਗਦਾ, ਇੱਕ ਵਧੀਆ ਜੀ ਤਸਵੀਰ ਲੱਗਦਾ ਹੈ। ਕਾਦੀ? ਗਾਰਜੀਅਨ ਆਫ ਦਾ ਲਾਅ, ਕਾਨੂੰਨ ਦੀ ਰੱਖਿਆ ਕਰਨ ਵਾਲੇ ਦੀ ਇੱਕ ਫਾਈਨ ਪਿਕਚਰ ਨਜ਼ਰ ਆ ਰਹੀ ਹੈ। ਵੀ ਸਾਨੂੰ ਐਂ ਲੱਗਦਾ ਹੈ ਬਹੁਤ ਵਧੀਆ ਡਿਊਟੀ ਨਿਭਾ ਰਿਹਾ। ਗਾਰਜੀਅਨ ਦਾ ਮਤਲਬ ਕੀ ਹੁੰਦਾ ਬੇਟਾ? ਜਿਹੜਾ ਕਿਸ ਦੀ ਰੱਖਿਆ ਕਰਦਾ, ਪ੍ਰੋਟੈਕਟ ਕਰਦਾ, ਉਹਨੂੰ ਕਹਿੰਦੇ ਨੇ। ਹੀ ਕੁਡ ਸੀ ਅ ਫਿਊ ਲਾਈਟਸ ਕਮਿੰਗ ਫਰੋਮ ਅ ਸਿਗਾਰ ਸਟੋਰ ਐਂਡ ਨਾਈਟ ਹੋਟਲ ਐਂਡ 1 or 2 ਟੇਲਰਿੰਗ ਸ਼ਾਪਸ ਕੰਪਲੀਟਿੰਗ ਦਾ ਡੇਜ਼ ਵਰਕ। ਫਿਰ ਉਸਨੂੰ ਕੁਝ ਲਾਈਟਸ ਦਿਖਦੀਆਂ ਨੇ ਜੋ ਇੱਕ ਸਿਗਾਰ ਸਟੋਰ ਤੋਂ ਆ ਰਹੀਆਂ ਨੇ। ਸਿਗਾਰ ਸਟੋਰ ਹੋ ਸਕਦਾ ਉੱਥੇ ਸਿਗਾਰ ਵਗੈਰਾ ਹੋਣ, ਸਿਗਰਟ ਵਗੈਰਾ ਦਾ ਸਟੋਰ ਹੋਵੇ, ਉਸ ਨੂੰ ਕਹਿੰਦੇ ਨੇ। ਉੱਥੋਂ ਲਾਈਟਸ ਆ ਰਹੀਆਂ ਨੇ। ਆਲ ਨਾਈਟ ਹੋਟਲ, ਆਲ ਨਾਈਟ ਹੋਟਲ ਦਾ ਮਤਲਬ ਹੈ ਜੋ ਹੋਟਲ ਸਾਰੀ ਰਾਤ ਖੁੱਲਾ ਰਹਿੰਦਾ ਹੈ, ਉਸ ਤੋਂ ਲਾਈਟ ਆ ਰਹੀ ਹੈ। ਤੇ ਕੁਝ ਟੇਲਰਿੰਗ ਸ਼ਾਪਸ ਹੈ, ਦਰਜੀਆਂ ਦੀਆਂ ਦੁਕਾਨਾਂ ਨੇ ਜੋ ਆਪਣਾ ਕੰਮ ਆਲਮੋਸਟ ਉਹਨਾਂ ਨੇ ਖਤਮ ਕਰ ਲਿਆ, ਹੁਣ ਉਹ ਜਾਣ ਵਾਲੇ ਨੇ, ਉੱਥੋਂ ਲਾਈਟਸ ਆ ਰਹੀਆਂ ਨੇ। ਤਾਂ ਇਸ ਲਾਈਨ ਦੇ ਵਿੱਚ ਇਹ ਦੱਸਿਆ ਗਿਆ ਹੈ। The majority of the houses were business places that had long since been closed। ਜ਼ਿਆਦਾਤਰ ਜਿਹੜੇ ਉਸ ਰੋਡ ਦੇ ਉੱਪਰ ਘਰ ਨੇ ਉਹ ਬਿਜ਼ਨਸ ਪਲੇਸਿਸ ਹੈ, ਮਤਲਬ ਕਿ ਉੱਥੇ ਬਿਜ਼ਨਸ ਹੁੰਦਾ ਹੈ, ਦੁਕਾਨਾਂ ਨੇ ਐਕਚੁਅਲੀ ਜ਼ਿਆਦਾ, ਤੇ ਉਹ ਹੁਣ ਬੰਦ ਹੋ ਗਈਆਂ। ਉਹ ਤਾਂ ਆਪਾਂ ਪਹਿਲਾਂ ਹੀ ਕਹਿਤਾ, ਇੱਥੇ ਦੀ ਜਿਹੜੀ ਲੋਕੈਲਿਟੀ ਉਹ ਜਲਦੀ ਸੋ ਜਾਂਦੀ ਹੈ। ਅਰਲੀ ਆਵਰਸ ਆਪਾਂ ਪਹਿਲਾਂ ਪੜ੍ਹਿਆ। ਨਾਓ ਐਂਡ ਦੈਨ ਹੀ ਵੁੱਡ ਸਡਨਲੀ ਟਰਨ ਅਬਾਊਟ ਐਂਡ ਕਾਸਟ ਹਿਜ਼ ਵਾਚਫੁਲ ਆਈ ਅਲੋਂਗ ਦਾ ਪੀਸਫੁਲ ਰੋਡ। ਕਦੇ ਕਦੇ, ਨਾਓ ਐਂਡ ਦੈਨ ਬੇਟਾ ਫਰੇਜ਼ ਹੁੰਦਾ, ਇਹਦਾ ਮਤਲਬ ਹੁੰਦਾ ਕਦੇ ਕਦੇ। ਕਦੇ ਕਦੇ ਉਹ ਇੱਕਦਮ ਮੁੜਦਾ, ਟਰਨ ਅਬਾਊਟ ਮੁੜਦਾ, ਅਤੇ ਆਪਣੀਆਂ ਵਾਚਫੁਲ ਆਈ, ਵਾਚਫੁਲ ਆਈ ਮਤਲਬ ਬਹੁਤ ਹੀ ਧਿਆਨ ਨਾਲ ਦੇਖਦਾ, ਪੀਸਫੁਲ ਰੋਡ ਵੱਲ, ਉਸ ਸ਼ਾਂਤ ਰੋਡ ਵੱਲ। ਹੀ ਵਾਸ ਥਿੰਕਿੰਗ ਆਫ ਵਾਟ ਹਿਜ਼ ਬੌਸ ਹੈਡ ਸੈਡ ਇਨ ਦਾ ਮਾਰਨਿੰਗ। ਹੁਣ ਉਹ ਸੋਚ ਵੀ ਰਿਹਾ। ਕੀ ਸੋਚ ਰਿਹਾ ਹੈ? ਕਿਉਂਕਿ ਉਸਨੂੰ ਉਸਦੇ ਬੌਸ ਨੇ, ਉਸਦੇ ਚੀਫ ਨੇ ਕੁਝ ਗੱਲਾਂ ਕਹੀਆਂ ਸੀ ਮਾਰਨਿੰਗ ਵੇਲੇ। ਤਾਂ ਹੁਣ ਉਹ ਜਿਹੜੀਆਂ ਗੱਲਾਂ ਕਹੀਆਂ ਸੀ ਬੇਟਾ ਉਹ ਕੋਟਸ 'ਚ ਹੈ। ਦੇਖੋ ਆ ਡਬਲ ਕੋਟਸ ਇੱਥੋਂ ਸਟਾਰਟ ਹੈ ਤੇ ਉਸ ਤੋਂ ਬਾਅਦ ਇਹ ਲਾਈਨ ਦੇ ਐਂਡ ਤੇ ਖਤਮ ਹੈ। ਤਾਂ ਇਹ ਜਿਹੜੇ ਵਰਡਸ ਹੈ ਇਹ ਕਿਹਨੇ ਕਹੇ ਨੇ? ਉਹਦੇ ਬੌਸ ਨੇ ਕਹੇ ਨੇ। ਕੀ ਕਹੇ ਨੇ? ਪੇਲ ਫੇਸ, ਪੀਲੇ ਰੰਗ ਜਿਹਦਾ ਫੇਸ, ਸਕੁਅਰ ਜੌਜ਼, ਜਬਾੜੇ ਉਹਦੇ ਸਕੁਅਰ ਨੇ, ਵਰਗਾਕਾਰ। ਜੌਜ਼, ਜੌਜ਼ ਕੀ ਹੁੰਦੇ? ਜਬਾੜਿਆਂ ਨੂੰ ਕਿਹਾ ਜਾਂਦਾ ਹੈ। ਡੀਪ ਐਂਡ ਡਾਰਕ ਆਈਜ਼ ਨੇ ਉਹਦੀਆਂ ਜੀ, ਕਾਫੀ ਗਹਿਰੀਆਂ ਅੱਖਾਂ ਨੇ, ਕਾਲੇ ਰੰਗ ਦੀਆਂ ਅੱਖਾਂ ਨੇ।
and a little scar near the right eyebrow ਅਤੇ eyebrow ਸੱਜੀ eyebrow ਭਰਵੱਟੇ ਜਿਹੜੇ ਸੱਜੀ eyebrow ਦੇ ਨੇੜੇ ਇੱਕ ਛੋਟਾ ਜਿਹਾ ਨਿਸ਼ਾਨ ਹੈ। ਚਾਰ ਚੀਜ਼ਾਂ ਕਹੀਆਂ ਗਈਆਂ ਨੇ ਜੋ ਉਸ ਨੂੰ ਬਾਰ-ਬਾਰ ਯਾਦ ਆਉਂਦੀਆਂ। ਇਹ ਕੁਐਸਚਨ ਆ ਜਾਂਦਾ ਜੀ ਪੇਪਰ 'ਚ ਕਿ ਉਹ ਕਿਹੜੀਆਂ ਚੀਜ਼ਾਂ ਯਾਦ ਕਰਦਾ ਹੈ। ਪੇਲ ਫੇਸ, ਸਕੇਅਰ ਜੌਸ, ਡੀਪ ਐਂਡ ਡਾਰਕ ਆਈਜ਼, ਲਿਟਲ ਸਕਾਰ ਨੀਅਰ ਦਾ ਰਾਈਟ ਆਈਬ੍ਰੋ। ਹੁਣ ਤੁਹਾਨੂੰ ਇਹ ਸੋਚ ਕੇ ਹੋਣਾ ਵੀ ਇਹ ਇੱਕ ਹੈ ਸਿਪਾਹੀ ਹੈ, ਪੁਲਿਸ ਦਾ ਬੰਦਾ ਹੈ, ਸ਼ਾਇਦ ਕੋਈ ਚੋਰ ਹੋਊਗਾ, ਕੋਈ ਡਕੈਤ ਹੋਊਗਾ, ਕੋਈ ਡਾਕੂ ਹੋਊਗਾ, ਵੀ ਤਾਂ ਹੀ ਆ ਚਾਰ ਚੀਜ਼ਾਂ ਉਹਦਾ ਬੌਸ ਨੇ ਉਹਨੂੰ ਕਹੀਆਂ ਨੇ ਨਾ। ਅੱਗੇ ਦੇਖਦੇ ਹਾਂ ਜੀ, ਸਟੋਰੀ ਚੱਲੀ ਹੈ ਜੀ। As a part of the police organization, he felt a little ashamed that the name of this notorious criminal was still unknown and that he was still at large. ਇਸ ਲਾਈਨ ਤੋਂ ਕਲੀਅਰ ਹੋ ਜਾਂਦਾ ਹੈ। ਕਹਿੰਦੇ ਕਿਉਂਕਿ ਉਹ ਪੁਲਿਸ ਆਰਗੇਨਾਈਜੇਸ਼ਨ 'ਚ ਹੈ, ਇੱਕ ਪੁਲਿਸ ਦੇ ਸੰਗਠਨ 'ਚ ਹੈ। ਆਰਗੇਨਾਈਜੇਸ਼ਨ ਦਾ ਮਤਲਬ ਹੁੰਦਾ ਬੇਟਾ ਸੰਗਠਨ। ਤਾਂ ਉਸ ਨੂੰ ਨਾ ਥੋੜਾ ਜਿਹਾ ਗਿਲਾ ਫੀਲ ਵੀ ਹੁੰਦਾ ਹੈ, ਮਤਲਬ ਕਿ ਗਿਲਟੀ ਜਿਹਾ ਫੀਲ ਹੁੰਦਾ ਹੈ। ਫੀਲ ਅਸ਼ੇਮ ਦਾ ਮਤਲਬ ਹੁੰਦਾ ਨਾ ਕਿ ਜਦ ਤੁਸੀਂ ਆਪਣੇ ਆਪ 'ਚ ਥੋੜਾ ਜਿਹਾ ਸ਼ਰਮ ਮਹਿਸੂਸ ਕਰ, ਅਸ਼ੇਮ ਸ਼ਰਮ ਮਹਿਸੂਸ ਕਰਨਾ, ਅ ਲਿਟਲ ਥੋੜੀ ਜੀ, ਕਿ ਇੱਕ ਨੋਟੋਰੀਅਸ ਕ੍ਰਿਮੀਨਲ ਹੈ। ਨੋਟੋਰੀਅਸ ਦਾ ਮਤਲਬ ਹੁੰਦਾ ਬੇਟਾ ਕੁਖਿਆਤ, ਕੁਖਿਆਤ ਅਪਰਾਧੀ। ਪੰਜਾਬੀ 'ਚ ਕਹਿ ਨਹੀਂ ਦਿੰਦੇ ਸਿਰੇ ਦਾ ਅਪਰਾਧੀ, ਨੋਟੋਰੀਅਸ ਕ੍ਰਿਮੀਨਲ। ਕੋਈ ਬੰਦਾ ਸਿਰੇ ਦਾ ਅਪਰਾਧੀ ਹੋਵੇ ਉਹਨੂੰ ਆਪਾਂ ਇੰਗਲਿਸ਼ ਕੀ ਕਹਿੰਦੇ ਆ? ਨੋਟੋਰੀਅਸ ਕ੍ਰਿਮੀਨਲ। ਇਸ ਨੋਟੋਰੀਅਸ ਦਿਸ ਕਿਹਾ ਗਿਆ ਨਾ, ਦਿਸ ਨੋਟੋਰੀਅਸ ਕ੍ਰਿਮੀਨਲ। ਕਹਿੰਦੇ ਇਸ ਨੋਟੋਰੀਅਸ ਕ੍ਰਿਮੀਨਲ ਦਾ ਜਿਹੜਾ ਨਾਮ ਹੈ ਹਜੇ ਵੀ ਅਨਨੋਨ, ਪਤਾ ਹੀ ਨਹੀਂ। ਤੇ ਹਜੇ ਤੱਕ ਉਹ ਕੀ ਹੈ? ਸਟਿਲ ਦਾ ਮਤਲਬ ਅਜੇ ਤੱਕ ਉਹ ਕੀ ਹੈ? ਐਟ ਲਾਰਜ। ਐਟ ਲਾਰਜ ਤੁਹਾਡੀ ਗਲੋਸਰੀ 'ਚ ਵੀ ਹੈ ਜੀ। ਇਟਸ ਅ ਫਰੇਜ਼। ਐਟ ਲਾਰਜ ਦਾ ਮਤਲਬ ਹੁੰਦਾ ਹੈ ਫ੍ਰੀ, ਨਾਟ ਕਨਫਾਈਨਡ, ਨਾਟ ਅੰਡਰ ਅਰੈਸਟ। ਜਿਹੜਾ ਬੰਦਾ ਹਵਾਲਾਤ 'ਚ ਨਾ ਹੋਵੇ, ਫ੍ਰੀ ਫਿਰਦਾ ਹੋਵੇ, ਤੁਰਿਆ ਫਿਰਦਾ ਹੋਵੇ ਬਾਹਰ, ਹਾਲਾਂਕਿ ਹੋਵੇ ਅਪਰਾਧੀ, ਤਾਂ ਅਸੀਂ ਉਸ ਦੇ ਲਈ, ਉਸ ਅਪਰਾਧੀ ਦੇ ਲਈ ਫਿਰ ਇਹ ਵਰਡਸ ਕਿਹੜੇ ਯੂਜ਼ ਕਰਦੇ ਹਾਂ? ਐਟ ਲਾਰਜ। ਦੇਖੋ ਉੱਤੇ ਆਉਣ ਨਾਲ ਮਤਲਬ ਚੇਂਜ ਹੋ ਗਏ। ਲਾਰਜ ਦਾ ਮਤਲਬ ਕੀ ਹੁੰਦਾ? ਵੱਡਾ। ਪਰ ਜੇ ਐਟ ਮੂਰੇ ਲੱਗ ਜੇ, ਐਟ ਲਾਰਜ ਫਰੇਜ਼ ਬਣ ਗਿਆ, ਮਤਲਬ ਹੀ ਚੇਂਜ ਹੋ ਗਿਆ। ਐਟ ਲਾਰਜ ਦਾ ਮਤਲਬ ਫ੍ਰੀ। ਇਹ ਅੰਗਰੇਜ਼ੀ ਦੀ ਖਾਸੀਅਤ ਹੈ। ਸਿਰਫ ਇੱਕ ਪ੍ਰੈਪੋਜੀਸ਼ਨ ਮੂਰੇ ਆਈ ਹੈ, ਐਟ ਇਜ਼ ਅ ਪ੍ਰੈਪੋਜੀਸ਼ਨ। ਲਾਰਜ ਦਾ ਮਤਲਬ ਸਾਨੂੰ ਪਤਾ ਹੈ, ਪਰ ਐਟ ਲਾਰਜ ਦਾ ਮਤਲਬ ਵੀ ਚੇਂਜ ਹੋ ਗਿਆ। ਤਾਂ ਹੁਣ ਇਸ ਲਾਈਨ ਤੋਂ ਤੁਸੀਂ ਕੀ ਸਮਝੇ? ਕਿ ਉਹਨੂੰ ਬੜੀ ਸ਼ਰਮਿੰਦਾ ਹੈ ਕਿ ਇਹ ਵਾਲਾ ਬੰਦਾ, ਕਿਹੜਾ ਬੰਦਾ? ਜਿਹਦਾ ਪੀਲਾ ਫੇਸ ਹੈ, ਸਕੇਅਰ ਜੌ ਹੈ, ਡਾਰਕ ਆਈਜ਼ ਹੈ ਤੇ ਰਾਈਟ ਸਕਾਰ ਹੈ ਉਹਦੀ ਆਈਬ੍ਰੋਜ਼ ਤੇ, ਇਹ ਹਜੇ ਵੀ ਖੁੱਲਾ ਫਿਰ ਰਿਹਾ ਹੈ। ਇਹਦਾ ਨਾਮ ਤੱਕ ਸਾਨੂੰ ਨਹੀਂ ਪਤਾ ਇਹਦੇ ਬਾਰੇ। ਉਹ ਲਾਈਨਾਂ ਇਸ ਨੋਟੋਰੀਅਸ ਕ੍ਰਿਮੀਨਲ ਬਾਰੇ ਨੇ ਜੋ ਕਿਹਨੇ ਦੱਸੀਆਂ ਸੀ? ਉਸ ਦੇ ਆਫਿਸਰ ਨੇ ਦੱਸੀਆਂ ਸੀ, ਬੌਸ ਨੇ ਦੱਸੀਆਂ ਸੀ। ਅੱਗੇ ਫਿਰ ਲਾਈਨਾਂ ਉਸ ਨੋਟੋਰੀਅਸ ਕ੍ਰਿਮੀਨਲ ਬਾਰੇ ਨੇ ਜੀ ਕਿ ਪ੍ਰਿੰਟਿੰਗ ਕਾਊਂਟਰਫੀਟ ਨੋਟਸ ਵਾਜ਼ ਅ ਸੀਰੀਅਸ ਅਫੇਅਰ। ਪ੍ਰਿੰਟ ਕਰਨਾ, ਛਾਪਣਾ, ਕਾਊਂਟਰਫੀਟ ਸ਼ਬਦ ਤੁਹਾਡੀ ਗਲੋਸਰੀ 'ਚ ਫੇਰ ਹੈ। ਤਾਂ ਕਾਊਂਟਰਫੀਟ ਦਾ ਮਤਲਬ ਹੁੰਦਾ ਬੇਟਾ ਫੇਕ, ਜਾਲੀ। ਮੇਡ ਐਗਜ਼ੈਕਟਲੀ ਸਿਮਿਲਰ ਇਨ ਅ ਬਿਟ ਟੂ ਡਿਸੀਵ। ਬਿਲਕੁਲ ਤੁਸੀਂ ਜਾਲੀ ਨੋਟ ਬਣਾ ਲਓ ਕਿਸੇ ਨੂੰ ਧੋਖਾ ਦੇਣ ਦੇ ਲਈ, ਡਿਸੀਵ ਧੋਖਾ ਦੇਣਾ, ਤਾਂ ਅਸੀਂ ਉਸ ਨੂੰ ਕਾਊਂਟਰਫੀਟ ਕਹਿੰਦੇ ਆ। ਕਾਊਂਟਰਫੀਟ ਕਰੰਸੀ ਕੀ ਹੁੰਦੀ ਹੈ? ਜਾਲੀ ਨੋਟ ਤੁਰੇ ਫਿਰਦੇ ਨੇ ਸਮਾਜ 'ਚ, ਜਾਲੀ ਨੋਟ ਤੁਰੇ ਫਿਰਦੇ ਨੇ। ਉਹ ਜਾਲੀ ਨੋਟਾਂ ਨੂੰ ਆਪਾਂ ਇੰਗਲਿਸ਼ ਕੀ ਕਹਿੰਦੇ ਆ? ਕਾਊਂਟਰਫੀਟ। ਕਾਊਂਟਰਫੀਟ ਕਰੰਸੀ ਕਹਿੰਦੇ ਉਹਨੂੰ। ਤਾਂ ਹੀ ਮੈਂ ਕਹਿੰਦਾ ਹੁੰਦਾ ਬੇਟਾ ਇੰਗਲਿਸ਼ ਇਲੈਕਟਿਵ ਵਾਲੇ ਬੱਚਿਆਂ ਦੀ ਵੋਕੈਬਲਰੀ ਬਹੁਤ ਐਨਰਿਚ ਹੁੰਦੀ ਹੈ ਜਦੋਂ ਤੁਸੀਂ ਐਵੇਂ ਚੈਪਟਰਸ ਪੜ੍ਹਦੇ ਹੋ। ਕਹਿੰਦੇ ਹਜੇ ਵੀ ਜਿਹੜਾ ਕਾਊਂਟਰਫੀਟ ਨੋਟਸ ਨੂੰ ਛਾਪਣਾ, ਜਾਲੀ ਕਰੰਸੀ ਨੂੰ ਛਾਪਣਾ, ਜਾਲੀ ਨੋਟਾਂ ਨੂੰ ਛਾਪਣਾ ਇੱਕ ਸੀਰੀਅਸ ਅਫੇਅਰ ਹੈ, ਗੰਭੀਰ ਮਸਲਾ ਹੈ। ਹੀ ਨਿਊ, ਉਹਨੂੰ ਪਤਾ ਸੀ। ਐਂਡ ਦਾ ਕ੍ਰਿਮੀਨਲ ਮਸਟ ਬੀ ਕੌਟ, ਅਤੇ ਇਸ ਕ੍ਰਿਮੀਨਲ ਨੂੰ, ਇਸ ਅਪਰਾਧੀ ਨੂੰ ਜ਼ਰੂਰ ਪਕੜਿਆ ਜਾਣਾ ਚਾਹੀਦਾ। ਹੁਣ ਸਾਨੂੰ ਪਤਾ ਲੱਗ ਗਿਆ ਕਿ ਇਹ ਜਿਹੜਾ ਨੋਟੋਰੀਅਸ ਕ੍ਰਿਮੀਨਲ ਹੈ ਇਹ ਕੀ ਕਰਦਾ ਹੈ? ਜਾਲੀ ਕਰੰਸੀ ਛਾਪਦਾ ਹੈ, ਪਰ ਇਹਦਾ ਨਾਮ ਸਾਨੂੰ ਅਜੇ ਤੱਕ ਪਤਾ ਨਹੀਂ ਹੈ। ਪੁਲਿਸ ਨੂੰ ਵੀ ਨਹੀਂ ਪਤਾ ਕਿੱਥੇ ਹੈ, ਕਿੱਥੇ ਨਹੀਂ, ਪਤਾ ਨਹੀਂ। ਇਹ ਜ਼ਰੂਰ ਪਤਾ ਹੈ ਕਿ ਇੱਕ ਬੰਦਾ ਜਾਲੀ ਕਰੰਸੀ ਛਾਪਦਾ ਹੈ, ਤੁਰਿਆ ਫਿਰਦਾ ਹੈ, ਉਹਦਾ ਚਿਹਰਾ ਵੀ ਪਤਾ, ਦੇਖੋ ਨਾਮ ਤੱਕ ਨਹੀਂ ਪਤਾ। ਇਹ ਅਜੀਬ ਜੀ ਗੱਲ ਹੈ। ਚਿਹਰਾ ਪਤਾ ਹੈ ਕਿੱਦਾਂ ਦਾ ਹੈ, ਨਾਮ ਨਹੀਂ ਪਤਾ। He took out his pocketbook under a lamppost and looked at the $5 note and the reconstructed photograph. ਉਹਦੇ ਕੋਲ ਇੱਕ ਜੀ ਪਾਕਟ ਬੁੱਕ ਹੈ, ਪਾਕਟ 'ਚ ਉਸਨੇ ਬੁੱਕ ਪਾਈ ਹੋਈ ਹੈ, ਉਹ ਬਾਹਰ ਕੱਢਦਾ ਹੈ ਲੈਂਪ ਪੋਸਟ ਦੇ ਨੀਚੇ। ਲੈਂਪ ਪੋਸਟ ਤੁਹਾਨੂੰ ਪਤਾ ਨਾ ਸੜਕ ਤੇ ਫਿਰ ਰਿਹਾ ਹੈ, ਕੋਈ ਇੱਕ ਬਿਜਲੀ ਦਾ ਖੰਭਾ ਲੱਗਿਆ ਹੋਣਾ, ਉੱਥੇ ਲਾਈਟ ਜਗ ਰਹੀ ਹੋਣੀ, ਉਹਦੇ ਨੀਚੇ ਖੜ ਕੇ ਉਹ ਬੁੱਕ ਕੱਢਦਾ ਹੈ ਅਤੇ ਫਿਰ ਉਸ
ਕਾਊਂਟਰਫੀਟ ਕਰੰਸੀ ਵੱਲ ਵੀ ਦੇਖਦਾ ਹੈ। ਆ ਜਿਹੜਾ ਇੱਥੇ $5 ਨੋਟ ਹੈ ਇਹ ਕਿਹੜਾ ਚਾਲੀ ਨੋਟ ਹੈ, ਕਿਹਨੇ ਛਾਪਿਆ? ਉਸੇ ਬੰਦੇ ਨੇ। ਦਾ ਨੋਟੋਰੀਅਸ ਕ੍ਰਿਮੀਨਲ ਆਪਾਂ ਉਹਨੂੰ ਇਹੀ ਕਹਾਂਗੇ ਜਦ ਤੱਕ ਉਹਦਾ ਨਾਮ ਨਹੀਂ ਆਉਂਦਾ। ਤਾਂ ਨੋਟੋਰੀਅਸ ਕ੍ਰਿਮੀਨਲ ਦਾ ਛਾਪਿਆ ਹੋਇਆ $5 ਨੋਟ ਦੇਖਦਾ ਹੈ ਅਤੇ ਫਿਰ ਉਸ ਦੀ ਰੀਕਨਸਟਰਕਟਿਡ ਫੋਟੋਗ੍ਰਾਫ ਵੱਲ ਵੀ ਦੇਖਦਾ ਹੈ। ਦੇਖੋ ਰੀਕਨਸਟਰਕਟਿਡ ਫੋਟੋਗ੍ਰਾਫ ਦੇ ਉੱਪਰ 1 ਨੰਬਰ ਪਾਇਆ ਹੈ, ਇਸ ਪੇਜ ਦੇ ਨੀਚੇ ਇਹਦੇ ਬਾਰੇ ਡਿਸਕ੍ਰਿਪਸ਼ਨ ਹੈ। ਤਾਂ ਕੀ ਹੈ ਜੀ ਕਿ ਪੁਲਿਸ ऑफिशियल्स गेट अ photograph of a wanted criminal made on the basis of the description given to them by various people। ਤਾਂ ਬੇਟਾ ਜਿਹੜੇ ਲੋਕਾਂ ਨੂੰ ਉਸਨੇ ਠੱਗਿਆ ਹੁੰਦਾ ਹੈ ਉਹ ਲੋਕੀ ਫਿਰ ਡਿਸਕ੍ਰਿਪਸ਼ਨ ਦਿੰਦੇ ਨੇ ਜੀ ਕਿ ਉਹ ਇਹੋ ਜਿਹਾ ਜੀ, ਉਹਦਾ ਪੇਲ ਫੇਸ ਹੈ, ਦੂਜਾ ਕਹਿੰਦਾ ਜੀ ਉਹਦੇ ਸਕੇਅਰ ਜੌ ਨੇ, ਤੀਜਾ ਕਹਿੰਦਾ ਜੀ ਉਹਦੀਆਂ ਡਾਰਕ ਆਈਜ਼ ਨੇ, ਚੌਥਾ ਕਹਿੰਦਾ ਜੀ ਉਹਦੀਆਂ ਆਈਬ੍ਰੋ ਤੇ ਇੱਕ ਸਕਾਰ ਲੱਗਿਆ ਹੋਇਆ ਹੈ। ਤਾਂ ਫਿਰ ਇੱਕ ਸਕੈਚ ਬਣਾਉਣ ਵਾਲੇ ਨੂੰ ਪੁਲਿਸ ਬੁਲਾਉਂਦੀ ਹੈ। ਉਹ ਸਾਰੀਆਂ ਚੀਜ਼ਾਂ ਉਸ ਸਕੈਚਰ ਨੂੰ ਦੱਸੀਆਂ ਜਾਂਦੀਆਂ ਨੇ ਤੇ ਫਿਰ ਉਹ ਸਕੈਚਰ ਕੀ ਕਰਦਾ ਹੈ? ਉਸ ਬੰਦੇ ਦਾ ਸਕੈਚ ਬਣਾਉਂਦਾ ਹੈ। ਉਹਨੂੰ ਆਪਾਂ ਕਹਿੰਦੇ ਆ ਰੀਕਨਸਟਰਕਟਿਡ ਫੋਟੋਗ੍ਰਾਫ। ਤਾਂ ਉਹ ਫੋਟੋ ਉਹਦੇ ਕੋਲੇ ਹੈਗੀ ਹੈ, ਉਹ ਪੋਕਟ ਬੁੱਕ ਤੋਂ ਕੱਢ ਕੇ ਉਹਦੀ ਫੋਟੋ ਦੇਖਦਾ ਹੈ। ਹੀ ਬਿਕੇਮ ਥਾਟਫੁਲ, ਫਿਰ ਸੋਚਣ ਲੱਗ ਜਾਂਦਾ ਹੈ ਸ਼ਿਕਾਗੋ 1000 ਮਾਈਲਸ ਅਵੇ, ਵਟ ਚਾਂਸ। ਕਹਿੰਦੇ ਸ਼ਿਕਾਗੋ ਤਾਂ ਇੱਥੋਂ ਹਜ਼ਾਰਾਂ ਮੀਲ ਦੂਰ ਹੈ, ਲੱਗਦਾ ਨਹੀਂ, ਵਟ ਚਾਂਸ। ਇੱਥੇ ਵਟ ਚਾਂਸ ਦਾ ਮਤਲਬ ਕੀ ਹੁੰਦਾ ਹੈ? ਚਾਂਸ ਘੱਟ ਨੇ, ਤਾਂ ਵਟ ਚਾਂਸ ਉਹੀ ਕਹਿ ਰਹੇ ਹੈ। ਹੁਣ ਇੱਥੇ ਇੱਕ ਸਾਨੂੰ ਹੋਰ ਗੱਲ ਪਤਾ ਲੱਗਦੀ ਹੈ ਕਿ ਉਹ ਬੰਦਾ ਕਿੱਥੇ ਇਹ ਸਾਰਾ ਕੰਮ ਕਰ ਰਿਹਾ ਹੈ? ਸ਼ਿਕਾਗੋ ਕਰ ਰਿਹਾ ਹੈ। ਸ਼ਿਕਾਗੋ ਇਜ਼ ਅ ਸਿਟੀ USA 'ਚ। ਉਹ ਸ਼ਿਕਾਗੋ ਬੈਠਾ ਇਹ ਸਾਰਾ ਕੰਮ ਕਰ ਰਿਹਾ, ਉੱਥੇ ਕਾਊਂਟਰਫੀਟ ਕਰੰਸੀ ਛਾਪ ਰਿਹਾ ਹੈ। ਕਹਿੰਦੇ ਇੱਥੇ ਤਾਂ ਉਹਦਾ ਆਉਣਾ ਮੁਸ਼ਕਲ ਹੈ। ਇਹ ਕਿੱਥੇ ਹੈ ਇਹਦੇ ਬਾਰੇ ਸਾਨੂੰ ਪਤਾ ਨਹੀਂ, ਸਾਨੂੰ ਅੱਗੇ ਪਤਾ ਲੱਗੂਗਾ ਕਿ ਕਿਸ ਸਿਟੀ ਦੀ ਗੱਲ ਹੋ ਰਹੀ ਹੈ। Then he said to himself aloud, ਫਿਰ ਉਹ ਆਪਣੇ ਆਪ ਨੂੰ ਉੱਚੀ ਦੇਣੇ ਕਹਿੰਦਾ ਹੈ। ਉੱਚੀ ਦੇਣੇ ਕਹਿੰਦਾ ਹੈ, ਸੋਚਦਾ ਨਹੀਂ, ਕਹਿੰਦਾ ਹੈ never mind my boy, you have been a dutiful one these last 18 years and luck owes you a debt। ਇਹ ਸ਼ਬਦ ਉਹ ਕਹਿੰਦਾ ਆਪਣੇ ਆਪ ਨੂੰ ਕਹਿੰਦਾ ਹੈ। ਕੁਝ ਬੰਦਿਆਂ ਨੂੰ ਨਾ ਆਪਣੇ ਆਪ ਨਾਲ ਗੱਲਾਂ ਕਰਨੀਆਂ ਵਧੀਆ ਲੱਗਦੀਆਂ, ਉਹ ਆਪਣੇ ਆਪ ਨਾਲ ਗੱਲ ਕਰ, ਆਪਣੇ ਆਪ ਨੂੰ ਕਹਿੰਦਾ ਕੀ ਕਹਿੰਦਾ? ਪਰਵਾਹ ਨਾ ਕਰੀ, ਨੈਵਰ ਮਾਈਂਡ। ਨੈਵਰ ਮਾਈਂਡ ਪੰਜਾਬੀ ਕੀ ਹੁੰਦੀ ਹੈ? ਪਰਵਾਹ ਨਾ ਕਰੀ। ਕਹਿੰਦਾ ਪਰਵਾਹ ਨਾ ਕਰੀ ਮੇਰੇ ਬੱਚੇ, ਕਹਿੰਦਾ ਤੂੰ ਆਪਣੀ ਪਿਛਲੇ 18 ਸਾਲਾਂ 'ਚ ਡਿਊਟੀ ਬੜੀ ਵਧੀਆ ਦਿੱਤੀ ਹੈ, ਡਿਊਟੀਫੁਲ ਰਿਹਾ ਤੂੰ, ਬੜੀ ਵਧੀਆ ਤੈਨੇ ਡਿਊਟੀ ਦਿੱਤੀ ਹੈ। ਕਿਸਮਤ ਤੇਰੀ ਕਰਜ਼ਦਾਰ ਹੈ। ਲੱਕ ਓਵਸ ਯੂ ਅ ਡੈਟ। ਡੈਟ ਦਾ ਮਤਲਬ ਕੀ ਹੁੰਦਾ? ਕਰਜ਼ਾ। ਤੇ ਲੱਕ ਦਾ ਮਤਲਬ ਕੀ ਹੁੰਦਾ? ਕਿਸਮਤ। ਕਹਿੰਦੇ ਕਿਸਮਤ ਤੇਰੀ ਕਰਜ਼ਦਾਰ ਹੈ, ਤੈਨੇ ਇੰਨੀ ਵਧੀਆ ਡਿਊਟੀ ਦਿੱਤੀ ਹੈ ਆਪਣੇ ਡਿਪਾਰਟਮੈਂਟ 'ਚ, ਕਿਸਮਤ ਤੇਰੀ ਖੁੱਲੂਗੀ ਕਦੇ, ਕੋਈ ਨਾ ਤੈਨੂੰ ਮਿਲੂ ਬੰਦਾ। ਇਹੀ ਕਹਿ ਰਿਹਾ ਉਹ ਇਹੀ ਕਹਿਣਾ ਚਾਹ ਰਿਹਾ ਹੈ ਕਿ ਤੈਨੂੰ ਉਹ ਬੰਦਾ ਮਿਲੂ ਜਿਹੜਾ ਅੱਜ ਤੱਕ ਫੜਿਆ ਨਹੀਂ ਗਿਆ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। Third paragraph, he was in the habit of talking to himself sometimes when nobody was by। ਤਾਂ ਤੁਹਾਨੂੰ ਪਤਾ ਨਾ ਕਿ ਉਹ ਕੁਝ ਗੱਲਾਂ ਆਪਣੇ ਆਪ ਨਾਲ ਬੋਲਦਾ ਹੈ ਕਿ ਮੇਰੇ ਪੁੱਤ ਪਰਵਾਹ ਨਾ ਕਰੀ, ਤੂੰ 18 ਸਾਲ ਬੜੀ ਵਧੀਆ ਜੌਬ ਕੀਤੀ ਹੈ, ਤੈਨੂੰ ਤੇਰੀ ਸਫਲਤਾ ਜ਼ਰੂਰ ਮਿਲੂ। ਇਹ ਉਹ ਗੱਲਾਂ ਆਪਣੇ ਆਪ ਨੂੰ ਕਹਿੰਦਾ, ਬੋਲ ਕੇ ਕਹਿੰਦਾ। ਤਾਂ ਉੱਥੇ ਇਹੀ ਗੱਲ ਕਹੀ ਹੈ ਕਿ ਉਹਨੂੰ ਇੱਕ ਹੈਬਿਟ ਸੀਗੀ ਕਿ ਉਹ ਆਪਣੇ ਆਪ ਨਾਲ ਗੱਲਾਂ ਕਰਦਾ ਸੀ, ਟਾਕਿੰਗ ਟੂ ਹਿਮਸੈਲਫ। ਕਦੋਂ? ਵੈਨ ਨੋਬਡੀ ਵਾਜ਼ ਬਾਏ। ਦੇਖੋ ਧਿਆਨ ਨਾਲ, ਨੋਬਡੀ ਵਾਜ਼ ਬਾਏ, BY ਬਾਏ ਲੱਗਿਆ ਹੋਇਆ ਹੈ। ਵੈਸੇ ਬਾਏ ਕੀ ਹੈ? ਇਟਸ ਅ ਪ੍ਰੈਪੋਜੀਸ਼ਨ। ਬਾਏ ਦਾ ਮਤਲਬ ਹੁੰਦਾ ਦੁਆਰਾ, ਲੇਕਿਨ ਇੱਥੇ ਬਾਏ ਦਾ ਮਤਲਬ ਹੈ ਕਿ ਕੋਈ ਨੇੜੇ ਨਹੀਂ ਸੀ। ਨੋਬਡੀ ਵਾਜ਼ ਬਾਏ
ਕਿ ਕੋਈ ਨੇੜੇ ਨਹੀਂ ਸੀ, ਤਾਂ ਬਾਏ ਦਾ ਮਤਲਬ ਚੇਂਜ ਹੋ ਗਿਆ। ਬਾਏ ਦਾ ਮਤਲਬ ਇੱਥੇ ਨੇੜੇ ਤੋਂ ਹੈ। ਐਂਡ ਹੀ ਲਾਈਕ ਟੂ ਰੈਫਰ ਟੂ ਹਿਮਸੈਲਫ ਐਜ਼ ਅ ਬॉय, ਅਤੇ ਉਹ ਆਪਣੇ ਆਪ ਨਾਲ ਜਦੋਂ ਗੱਲ ਕਰਦਾ ਸੀ ਤਾਂ ਆਪਣੇ ਆਪ ਨੂੰ ਕੀ ਕਹਿੰਦਾ ਸੀ? ਬॉय ਰੈਫਰ ਕਰਦਾ ਸੀ। ਦੋ ਹੀ ਵਾਸ 40, ਹਾਲਾਂਕਿ ਉਹਦੀ ਉਮਰ ਕਿੰਨੀ ਸੀ? 40 ਸਾਲ ਦੀ ਸੀ। ਤਾਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਇਹ ਜਿਹੜਾ ਆਫਿਸਰ ਹੈ, ਪੁਲਿਸ ਆਫਿਸਰ ਹੈ। ਹੁਣ ਇਹ ਪੁਲਿਸ ਆਫਿਸਰ ਦਾ ਬੇਟਾ ਕਈ ਤਰ੍ਹਾਂ ਦੇ ਹੁੰਦੇ ਨੇ, ਕੋਈ ਇੰਸਪੈਕਟਰ ਹੁੰਦਾ ਹੈ, ਕੋਈ ਚੀਫ ਇੰਸਪੈਕਟਰ ਹੁੰਦਾ ਹੈ, ਡੀਐਸਪੀ, ਐਸਐਸਪੀ। ਇੱਥੇ ਇਹ ਨਹੀਂ ਦੱਸਿਆ ਹੋਇਆ ਹਜੇ ਤੱਕ ਕਿ ਉਹਦਾ ਰੈਂਕ ਕਿਹੜਾ ਹੈ। ਸਾਨੂੰ ਇਹਨਾਂ ਦੱਸਿਆ ਗਿਆ ਕਿ ਹੀ ਇਜ਼ ਅ ਪੁਲਿਸ ਆਫਿਸਰ। ਸਾਨੂੰ ਇਹਦਾ ਨਾਮ ਵੀ ਨਹੀਂ ਪਤਾ ਹਜੇ ਤੱਕ, ਲੇਕਿਨ ਸਾਨੂੰ ਇੱਕ ਗੱਲ ਪਤਾ ਲੱਗ ਗਈ ਕਿ ਕਿੰਨੇ ਸਾਲਾਂ ਦਾ ਹੈ? 40 ਇਅਰਸ ਹੈ ਇਹ। ਤਾਂ ਇਹਨੂੰ ਧਿਆਨ 'ਚ ਰੱਖਿਓ, ਪੇਪਰ 'ਚ ਆ ਜਾਂਦਾ ਹੈ। ਫੋਰਥ ਪੈਰਾ, देयर वाज अनदर थिंग ऑन हिज माइंड, ਕਹਿੰਦੇ ਉਹਦੇ ਮਨ ਤੇ ਇੱਕ ਹੋਰ ਗੱਲ ਚੱਲ ਰਹੀ ਸੀ। ਆਪਾਂ ਕਈ ਵਾਰੀ ਕਹਿ ਨਹੀਂ ਦਿੰਦੇ ਪੰਜਾਬੀ 'ਚ ਵੀ ਮੇਰੇ ਮਨ 'ਚ ਹੋਰ ਚੀਜ਼ ਚੱਲ ਰਹੀ ਹੈ, ਤਾਂ ਉਹਦੀ ਇੰਗਲਿਸ਼ ਇਹ ਹੁੰਦੀ ਹੈ ਕਿ देयर वाज अनदर थिंग ऑन हिज माइंड। ही लुक्ड एट हिज वॉच, ਉਹ ਆਪਣੀ ਘੜੀ ਵੱਲ ਦੇਖਦਾ ਹੈ। a quarter past 10, ਕੁਆਟਰ ਪਾਸਟ 10 ਦਾ ਮਤਲਬ ਕੀ ਹੁੰਦਾ? ਕੁਆਟਰ ਦਾ ਮਤਲਬ ਕੀ ਹੁੰਦਾ ਬੇਟਾ? 1/4 ਹਿੱਸਾ। ਕੁਆਟਰ ਦਾ ਮਤਲਬ ਕੀ ਹੁੰਦਾ ਹੈ? 1/4। ਹੁਣ ਜੇ ਆਪਾਂ 60 ਮਿੰਟ ਦਾ 1/4 ਕਰ ਲਈਏ ਤਾਂ ਇਹ ਕਿੰਨਾ ਬਣ ਗਿਆ? 15 ਮਿੰਟ। ਕੁਆਟਰ ਦਾ ਮਤਲਬ ਕੀ ਹੋ ਗਿਆ? 1 ਘੰਟੇ 'ਚ 60 ਮਿੰਟ ਹੈ, ਉਹਦਾ 1/4 ਕਰ ਲਈਏ, ਚੌਥਾ ਹਿੱਸਾ ਕਰ ਲਈਏ, 15 ਮਿੰਟ ਹੋ ਗਏ। ਤਾਂ ਕੁਆਟਰ ਪਾਸਟ 10 ਦਾ ਮਤਲਬ ਕੀ ਹੈ ਕਿ 10 ਵਜਣ ਤੋਂ ਬਾਅਦ 15 ਮਿੰਟ ਹੋਰ ਹੋ ਗਏ, 10:15। ਰਾਤ ਦੇ 10:15 ਮਿੰਟ ਦਾ ਟਾਈਮ ਹੈ ਜੀ, ਜਿਸ ਦੀ ਗੱਲ ਹੋ ਰਹੀ ਹੈ ਕੁਆਟਰ ਪਾਸਟ 10। ਜੇ ਪੌਣੇ 10 ਹੋਵੇ ਫਿਰ ਆਪਾਂ ਕੀ ਕਹਾਂਗੇ? ਕੁਆਟਰ ਟੂ 10, ਕਿ 10 ਵਜਣ 'ਚ ਹਜੇ 15 ਮਿੰਟ ਪਏ ਨੇ। ਫਿਰ ਉਹ ਨਾਲ ਇਹ ਵੀ ਸੋਚਦਾ ਹੈ 15 ਮਿੰਟਸ ਮੋਰ, ਕਹਿੰਦੇ 15 ਮਿੰਟ ਹਜੇ ਹੋਰ ਪਏ ਨੇ। 10:15 ਹੋ ਗਏ, 15 ਮਿੰਟ ਹੋਰ ਪਏ ਨੇ, ਯਾਨੀ ਕਿ ਉਹ 10:30 ਦੀ ਕੋਈ ਗੱਲ ਸੋਚ ਰਿਹਾ ਹੈ, 10:30 ਵਜੇ ਦੀ ਕੋਈ ਗੱਲ ਸੋਚ ਰਿਹਾ ਹੈ ਕਿ 10:15 ਹੋ ਗਏ, 15 ਮਿੰਟ ਪਏ ਨੇ। ਆਪਾਂ ਕਈ ਵਾਰੀ ਵਾਚ ਨੂੰ ਦੇਖ ਕੇ ਕਹਿ ਨਹੀਂ ਦਿੰਦੇ ਇਹ ਜੀ 10:15 ਹੋ ਗਏ, 15 ਮਿੰਟ ਹੋਰ ਪਏ। ਉਹ ਐਂ ਸੋਚ ਰਹੇ 10:30 ਵਜੇ ਕੀ ਹੋਣ ਵਾਲਾ ਹੈ ਵੀ, ਕੀ ਚੀਜ਼ ਹੈ? ਲੈਟ ਅਸ ਵੇਟ। ਇਟ ਵਾਜ਼ ਅ ਲੌਂਗ ਰੋਡ, ਕਹਿੰਦੇ ਇੱਕ ਲੰਬੀ ਰੋਡ ਸੀ। ਬਟ देयर वाज ਇਨਫ ਟਾਈਮ, ਪਰ ਉਹਦੇ ਕੋਲੇ ਕਾਫੀ ਸਮਾਂ ਸੀ, ਹਜੇ 15 ਮਿੰਟ ਸੀਗੇ ਹਜੇ। ਆਫਟਰ ਅ ਮਿਨਟ ਹੀ ਡਿਸਕ੍ਰਾਈਬਡ ਅਬਾਊਟ 500 meters ahead the outline of a man near the doorway of a darkened hardware store। ਇੱਥੇ ਇੱਕ ਵਰਡ ਆਇਆ ਡਿਸਕ੍ਰਾਈਬ, ਜਿਹੜੀ ਤੁਹਾਡੀ ਗਲੋਸਰੀ 'ਚ ਹੈ। ਤਾਂ ਫੋਰਥ ਸਟੈਂਜ਼ੇ ਦੇ ਵਿੱਚ ਡਿਸਕ੍ਰਾਈਬ ਜਿਹੜਾ ਵਰਡ ਹੈ ਉਹਦਾ ਮਤਲਬ ਹੈ saw a long way। ਜਦੋਂ ਆਪਾਂ ਦੂਰ ਤੱਕ ਦੇਖਦੇ ਹਾਂ ਕਿਸੇ ਚੀਜ਼ ਨੂੰ, ਜਿਵੇਂ ਉਹ ਸੜਕ ਨੂੰ ਦੇਖ ਰਿਹਾ ਦੂਰ ਤੱਕ, ਤਾਂ ਇੱਥੇ ਡਿਸਕ੍ਰਾਈਬ ਦਾ ਇਹ ਮਤਲਬ ਹੈ। ਤਾਂ 1 ਮਿੰਟ ਬਾਅਦ ਉਹ 500 ਮੀਟਰ ਦੂਰ ਤੱਕ ਸੜਕ ਨੂੰ ਦੇਖਦਾ ਹੈ। ਕਿੱਥੋਂ? ਅਹੈਡ ਦੀ ਆਊਟਲਾਈਨ ਆਫ ਅ ਮੈਨ, ਇੱਕ ਬੰਦੇ ਦੀ ਆਊਟਲਾਈਨ ਦਾ ਮਤਲਬ ਇੱਥੇ ਬੱਚਿਓ ਸ਼ੈਡੋ ਨੂੰ ਕਹਿ ਸਕਦੇ ਹੋ ਤੁਸੀਂ, ਪਰਛਾਵੇਂ ਨੂੰ, ਕਿ ਇੱਕ ਬੰਦੇ ਦਾ ਉਸ ਨੂੰ ਪਰਛਾਵਾਂ ਦਿਖਦਾ ਹੈ। ਉਸ ਤੋਂ ਅੱਗੇ ਤੱਕ ਉਹ ਰੋਡ ਨੂੰ ਦੇਖਦਾ ਹੈ ਤੇ ਉਹ ਬੰਦਾ ਕਿੱਥੇ ਖੜਾ ਹੈ? ਨੀਅਰ ਦਾ ਡੋਰਵੇ ਆਫ ਅ ਡਾਰਕਨਡ ਹਾਰਡਵੇਅਰ ਸਟੋਰ। ਇੱਕ ਹਾਰਡਵੇਅਰ ਸਟੋਰ ਹੈ, ਹਾਰਡਵੇਅਰ ਸਮਝਦੇ ਹੋ ਜਿੱਥੇ ਚੀਜ਼ਾਂ ਮਿਲਦੀਆਂ ਨੇ, ਜਿਵੇਂ ਆਪਣਾ ਕੋਈ ਸਟੋਰ ਹੁੰਦਾ, ਤਾਂ ਹਾਰਡਵੇਅਰ ਸਟੋਰ ਹੈ। ਡਾਰਕਨਡ ਹੈ ਮਤਲਬ ਲਾਈਟ ਨਹੀਂ ਜਗ ਰਹੀ, ਹਨੇਰਾ ਹੋਇਆ ਹੋਇਆ, ਹੋ ਸਕਦਾ ਬੰਦ ਹੋਵੇ। ਤਾਂ ਉਸ ਦੇ ਡੋਰਵੇ ਤੇ, ਉਸ ਦੇ ਦਰਵਾਜ਼ੇ ਤੇ ਉਸ ਨੂੰ ਇੱਕ ਬੰਦਾ ਖੜਾ ਮਿਲਦਾ। ਹੀ ਕੁਇਕਨਡ ਹਿਸ ਸਟੈਪਸ, ਤਾਂ ਉਹ ਆਪਣੇ ਕਦਮ ਤੇਜ਼ੀ ਨਾਲ ਵਧਾਉਂਦਾ ਹੈ। ਕੁਇਕਨ ਦਾ ਮਤਲਬ ਹੁੰਦਾ ਹੈ ਤੇਜ਼ ਕਰਨਾ ਹੈ। ਤਾਂ ਗਲੋਸਰੀ 'ਚ ਵਰਡ ਪਿਆ ਹੈ, ਕੁਇਕਨ ਦਾ ਮਤਲਬ ਹੁੰਦਾ ਹੈ ਇਨਕਰੀਜ਼ ਦਾ ਸਪੀਡ ਆਫ। ਜਦੋਂ ਆਪਾਂ ਕਿਸੇ ਦੀ ਸਪੀਡ ਵਧਾ ਦਿੰਦੇ ਹਾਂ ਉਹਨੂੰ ਆਪਾਂ ਕੁਇਕਨ ਕਹਿੰਦੇ ਹਾਂ। ਵੈਸੇ ਕੁਇਕ ਸ਼ਬਦ ਕੀ ਹੁੰਦਾ? ਤੇਜ਼। ਤਾਂ ਕੁਇਕ ਇਜ਼ ਐਨ ਐਡਜੈਕਟਿਵ, ਵਿਸ਼ੇਸ਼ਣ ਹੈ। ਲੇਕਿਨ ਜੇ ਆਪਾਂ ਕੁਇਕ ਦੇ ਪਿੱਛੇ ਈਐਨ ਲਗਾਤਾ ਤਾਂ ਇਹ ਵਰਬ ਬਣ ਗਈ ਕੁਇਕਨ। ਤੇ ਇਹਨਾਂ ਨੇ ਕਿਹੜੀ ਵਰਬ ਯੂਜ਼ ਕਰੀ ਹੈ? ਦੂਸਰੀ, ਕੁਇਕਨਡ। ਈਡੀ ਪਾਈ ਹੈ ਨਾ ਪਿੱਛੇ, ਇਹਨਾਂ ਨੇ ਕੁਇਕ ਨਹੀਂ ਪਾਇਆ, ਕੁਇਕਨ ਪਾਈ ਹੈ, ਤੇ ਕੁਇਕਨ ਦੇ ਵੀ ਪਿੱਛੇ ਈਡੀ ਪਾਈ ਹੈ। ਦੈਟ ਮੀਨਸ ਕੀ ਹੋਇਆ ਕਿ ਇਹਨੂੰ ਐਜ਼ ਅ ਵਰਬ ਯੂਜ਼ ਕਰਿਆ ਗਿਆ। ਤੁਹਾਨੂੰ ਕਈ ਵਾਰੀ ਸੈਂਟੈਂਸਿਸ ਆਉਂਦੇ ਆ +2 ਕਲਾਸ 'ਚ ਕਿ ਇੱਕ ਵਰਡ ਦੇ ਤੁਸੀਂ 2 ਸੈਂਟੈਂਸਿਸ ਬਣਾਓ। ਇੱਕ ਵਾਰੀ ਤੁਸੀਂ ਉਸ ਨੂੰ ਵਰਬ ਦੇ ਤੌਰ ਤੇ ਯੂਜ਼ ਕਰੋ, ਦੂਜੀ ਵਾਰੀ ਤੁਸੀਂ ਉਸ ਨੂੰ ਐਡਜੈਕਟਿਵ ਜਾਂ ਨਾउन ਦੇ ਤੌਰ ਤੇ ਯੂਜ਼ ਕਰੋ। ਤਾਂ ਹੁਣ ਕੁਇਕ ਇਜ਼ ਐਨ ਐਡਜੈਕਟਿਵ, ਹੀ ਇਜ਼ ਵੈਰੀ ਕੁਇਕ, ਉਹ ਬੜਾ ਤੇਜ਼ ਹੈ। ਉੱਥੇ ਤਾਂ ਉਹ ਐਡਜੈਕਟਿਵ ਦੇ ਤੌਰ ਤੇ ਯੂਜ਼ ਹੋ ਗਿਆ।
ਤੇ ਜੇ ਤੁਹਾਨੂੰ ਵਰਬ ਦੇ ਤੌਰ ਤੇ ਯੂਜ਼ ਕਰਨਾ ਪਊਗਾ ਤਾਂ ਤੁਸੀਂ ਕੁਇਕ ਨਹੀਂ ਯੂਜ਼ ਕਰ ਸਕਦੇ, ਤੁਹਾਨੂੰ ਕੁਇਕ ਦਾ ਪਹਿਲਾਂ ਵਰਬ ਬਣਾਉਣੀ ਪਊਗੀ। ਕੁਇਕ ਦੀ ਵਰਬ ਕੀ ਹੈ? ਕੁਇਕਨ। ਇੱਥੇ ਤੁਸੀਂ ਆਈ ਸੈਂਟੈਂਸ ਲਿਖ ਦਿਓ, ਹੀ ਕੁਇਕਨਡ ਹਿਸ ਸਟੈਪਸ, ਬਣ ਗਿਆ ਸੈਂਟੈਂਸ। ਤੁਹਾਡੀ ਜਿਹੜੀ ਗਲੋਸਰੀ ਹੈ ਉਹਦੇ ਵਿੱਚ ਡਿਸਕ੍ਰਾਈਬ ਸ਼ਬਦ ਪਾਇਆ ਹੋਇਆ ਨਵੀਆਂ ਕਿਤਾਬਾਂ 'ਚ। ਤਾਂ ਡਿਸਕ੍ਰਾਈਬ ਦਾ ਮਤਲਬ ਤਾਂ ਬੇਟਾ ਹੁੰਦਾ ਵਰਣਨ ਕਰਨਾ। ਤਾਂ ਡਿਸਕ੍ਰਾਈਬਡ ਸ਼ਬਦ ਹੋਰ ਚੀਜ਼ ਹੈ, ਡਿਸਕ੍ਰਾਈਬ ਹੋਰ ਚੀਜ਼। ਡਿਸਕ੍ਰਾਈਬ ਦਾ ਮਤਲਬ ਹੁੰਦਾ ਹੈ ਵਰਣਨ ਕਰਨਾ, ਡਿਸਕ੍ਰਾਈਬ ਦਾ ਮਤਲਬ ਹੁੰਦਾ ਹੈ ਦੂਰ ਤੱਕ ਦੇਖਣਾ। The place was slightly dark, laying exactly midway between two lamp posts. ਹੁਣ ਉਹ ਜਿਹੜੀ ਜਗ੍ਹਾ ਤੇ ਖੜਾ ਸੀ ਬੰਦਾ, ਹੁਣ ਸਾਡੀ ਸਟੋਰੀ ਦੇ ਵਿੱਚ ਦੂਜੇ ਪਰਸਨ ਦੀ ਐਂਟਰੀ ਹੋ ਗਈ। ਉਹਨੇ ਦੇਖ ਲਿਆ ਨਾ ਇੱਕ ਬੰਦਾ, ਉਹਦੀ ਸ਼ੈਡੋ ਦੇਖੀ ਆ ਉਸਨੇ, ਜਿਹੜਾ ਇੱਕ ਹਾਰਡਵੇਅਰ ਸਟੋਰ ਦੇ ਬਾਹਰ ਖੜਾ ਹੈ, ਉਹਦੇ ਦਰਵਾਜ਼ੇ ਕੋਲੇ ਖੜਾ ਹੈ। ਖੜਾ ਕਿੱਥੇ ਹੈ? ਦੋ ਖੰਭੇ ਨੇ ਲਾਈਟ ਵਾਲੇ, ਲੈਂਪ ਪੋਸਟ, ਉਹਨਾਂ ਦੇ ਬਿਲਕੁਲ ਵਿਚਕਾਰ ਮਿਡਵੇ ਉੱਥੇ ਖੜਾ ਹੈ ਉਹ। He was about to address the man, ਤਾਂ ਜਿਹੜਾ ਪੁਲਿਸ ਅਫਸਰ ਹੈ ਸਾਡਾ, ਉਹ ਹਜੇ ਮੈਨ ਨੂੰ ਬੁਲਾਣ ਹੀ ਲੱਗਿਆ ਸੀ। ਐਡਰੈਸ ਦਾ ਮਤਲਬ ਉਸ ਨਾਲ ਗੱਲ ਕਰਨ ਲੱਗਿਆ ਹੀ ਸੀ, ਬਟ ਚੇਂਜਡ ਹਿਸ ਮਾਈਂਡ, ਪਰ ਉਸਨੇ ਆਪਣਾ ਮਾਈਂਡ ਬਦਲ ਲਿਆ। ਐਂਡ ਅਲਾਉਡ ਦਾ ਮੈਨ ਟੂ ਬਿਗਿਨ, ਅਤੇ ਉਸਨੇ ਉਸ ਬੰਦੇ ਨੂੰ ਬੋਲਣ ਦਾ ਮੌਕਾ ਦਿੱਤਾ। ਇੱਥੇ ਬਿਗਿਨ ਦਾ ਮਤਲਬ ਸ਼ੁਰੂ ਹੋਣ ਦਾ ਮਤਲਬ ਕੀ ਹੈ? ਗੱਲ ਕਰਨੀ। ਹੁਣ ਇੱਥੇ ਇੱਕ ਮਾੜਾ ਜਿਹਾ ਧਿਆਨ ਚ ਰੱਖਿਓ ਗੱਲ। ਕਹਿੰਦੇ ਨਾ ਕਿਸਮਤ ਹੁੰਦੀ ਹੈ ਜਿਹੜੀ, ਉਹ ਬੜੀ ਪਲੇ ਕਰਦੀ ਹੈ ਤੁਹਾਡੀ ਜ਼ਿੰਦਗੀ 'ਚ, ਜਿਹੜੀ ਲੱਕ ਹੈ ਬੜੀ ਪਲੇ ਕਰਦੀ ਹੈ। ਤੁਹਾਨੂੰ ਸਟੋਰੀ 'ਚ ਬਾਅਦ 'ਚ ਪਤਾ ਲੱਗੂਗਾ ਮੈਂ ਕੀ ਕਹਿਣਾ ਚਾਹੁੰਦਾ, ਪਰ ਮੈਂ ਇੱਕ ਬੁਝਾਰਤ ਜੀ ਪਾ ਦਿੰਦਾ ਤੁਹਾਡੇ ਲਈ। ਜੇ ਕਿਤੇ ਬੋਲ ਪੈਂਦਾ ਪਹਿਲਾਂ, ਇੱਥੇ ਲਿਖਿਆ ਹੋਇਆ ਨਾ ਹੀ ਵਾਸ ਅਬਾਊਟ ਟੂ ਐਡਰੈਸ ਦਾ ਮੈਨ, ਜੇ ਕਿਤੇ ਪਹਿਲਾਂ ਬੋਲ ਪੈਂਦਾ ਤਾਂ ਸਾਡੀ ਕਹਾਣੀ ਦਾ ਅੰਤ ਹੀ ਕੁਝ ਹੋਰ ਹੋਣਾ ਸੀ। ਲੇਕਿਨ ਇਹ ਖੁਦ ਨਹੀਂ ਬੋਲਿਆ, ਇਹਨੇ ਉਸ ਬੰਦੇ ਨੂੰ ਬੋਲਣ ਦਾ ਮੌਕਾ ਦਿੱਤਾ। ਇੱਥੇ ਹੀ ਸਾਰੀ ਰਾਮ ਕਹਾਣੀ ਚੇਂਜ ਹੋ ਗਈ ਤੇ ਸਾਡੀ ਆਹ ਕਹਾਣੀ ਬਣੀ। ਸਿਰਫ ਇਹਦਾ ਇੱਕ ਸਟੈਪ, ਇਹ ਆਪ ਨਹੀਂ ਬੋਲਿਆ, ਪਤਾ ਨਹੀਂ ਕਿਉਂ ਨਹੀਂ ਬੋਲਿਆ। ਕਈ ਵਾਰੀ ਆਪਾਂ ਵੈਸੇ ਹੀ ਰੁਕ ਜਾਂਦੇ, ਇਹ ਕੋਈ ਜਾਣ ਕੇ ਨਹੀਂ ਰੁਕਿਆ, ਇਹ ਬੋਲਣ ਲੱਗਿਆ ਸੀ, ਬੋਲਦਾ ਬੋਲਦਾ ਰੁਕ ਗਿਆ ਵੀ ਚੱਲ ਪਹਿਲਾਂ ਮੈਂ ਉਹਨੂੰ ਬੋਲਣ ਦੇਵਾਂ, ਦੇਖਾ ਕੌਣ ਹੈ ਉਹ। ਤਾਂ ਜੇ ਕਿਤੇ ਆਪ ਪਹਿਲਾਂ ਬੋਲ ਦਿੰਦਾ ਤਾਂ ਸ਼ਾਇਦ ਐਂਡ ਕੁਝ ਹੋਰ ਹੋਣਾ ਸੀ। ਯਾਦ ਕਰੋ ਸਾਨੇ 3 ਕੁਆਲਿਟੀਜ਼ ਪੜ੍ਹੀਆਂ ਸੀਗੀਆਂ ਸਟੋਰੀ ਰਾਈਟਰ ਦੀਆਂ, ਕਿ ਉਹ ਐਕਸੀਲੈਂਟ ਪਲਾਟ ਬਣਾਉਂਦਾ, ਉਹ ਹੈਨਰੀ, ਸਿਚੁਏਸ਼ਨਸ ਬੜੀਆਂ ਇੰਟਰਸਟਿੰਗ ਕ੍ਰੀਏਟ ਕਰਦਾ ਹੈ, ਤੇ ਸਰਪ੍ਰਾਈਜ਼ ਐਂਡਿੰਗ ਹੈ। ਇੱਥੇ ਸਿਚੁਏਸ਼ਨ ਹੀ ਕ੍ਰੀਏਟ ਕੀਤੀ ਹੈ ਉਸਨੇ। ਸਿਚੁਏਸ਼ਨ ਕੀ ਕ੍ਰੀਏਟ ਕਰਤੀ ਕਿ ਇੱਕ ਦੂਸਰਾ ਬੰਦਾ ਉਹਨੂੰ ਮਿਲਿਆ, ਲੇਕਿਨ ਉਸਨੇ ਮੌਕਾ ਦਿੱਤਾ ਉਸਨੂੰ ਬੋਲਣ ਦਾ। ਪਹਿਲਾਂ ਚੱਲ ਤੂੰ ਦੱਸ, ਤੂੰ ਕੀ ਕਹਿਣਾ ਚਾਹੁੰਦਾ। The man realized that the way he was standing there must look suspicious to one who didn't know his story. ਹੁਣ ਇੱਥੇ the man ਉਸ ਇਨਸਾਨ ਨੂੰ ਕਿਹਾ ਜੋ ਉੱਥੇ ਖੜਾ ਹੈ, ਉਸ ਬੰਦੇ ਬਾਰੇ ਹੈ, ਕਿ ਉਹ ਬੰਦੇ ਨੂੰ ਇਹ ਮਹਿਸੂਸ ਹੋਇਆ, ਰਿਅਲਾਈਜ਼ ਦਾ ਮਤਲਬ ਮਹਿਸੂਸ ਹੋਇਆ, ਕਿ ਜਿਵੇਂ ਉਹ ਉੱਥੇ ਖੜਾ ਸੀ, ਉਹੀ ਬੰਦਾ ਜਿਹੜਾ ਉੱਥੇ ਹਾਰਡਵੇਅਰ ਸਟੋਰ ਦੇ ਦਰਵਾਜ਼ੇ ਤੇ ਖੜਾ ਸੀ, ਕਹਿੰਦੇ ਉਹ ਦੂਜੇ ਲਈ ਲੁੱਕ ਸਸਪੀਸ਼ੀਅਸ, ਵੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਊਗਾ। ਵੀ ਰਾਤ ਦੇ 10:15 ਤੋਂ ਉੱਪਰ ਦਾ ਟਾਈਮ ਹੋ ਗਿਆ, ਕੋਈ ਬੰਦਾ ਹੈ ਨਹੀਂ, ਠੰਡੀ ਰਾਤ ਹੈ, ਡ੍ਰਿਜ਼ਲਿੰਗ ਹੋ ਰਹੀ ਹੈ, ਚਿਲੀ ਵਿੰਡ ਚੱਲ ਰਹੀ ਹੈ, ਪਤਾ ਹੈ ਨਾ ਸਾਨੂੰ, ਤੇ ਉਹ ਬੰਦਾ ਉੱਥੇ ਖੜਾ ਹੈ। ਤਾਂ ਉਹਨੂੰ ਲੱਗਿਆ ਵੀ ਯਾਰ ਮੈਂ ਇੱਥੇ ਖੜਾ ਵੀ ਸ਼ਾਇਦ ਪੁਲਿਸ ਅਫਸਰ ਮੇਰੇ ਵੱਲ ਆ ਰਿਹਾ ਹੈ, ਇਹਨੂੰ ਸ਼ੱਕ ਕਰੂ ਮੇਰੇ ਤੇ ਵੀ ਮੈਂ ਕਿਉਂ ਖੜਾ ਇੱਥੇ, ਕਿਉਂਕਿ ਉਸਨੂੰ ਉਸਦੀ ਸਟੋਰੀ ਦਾ ਨਹੀਂ ਪਤਾ। Who did not know his story. ਇੱਥੇ ਸਟੋਰੀ ਕਿਹੜੀ ਹੋਈ ਉਹਦੀ ਬਈ। ਹੁਣ ਉਹ ਕੀ ਕਹਿ ਰਿਹਾ ਹੈ, ਦੇਖੋ ਧਿਆਨ ਨਾਲ ਇਸ ਲਾਈਨ 'ਚ। ਉਹ ਇਹ ਕਹਿਣਾ ਚਾਹੁੰਦਾ ਹੈ ਕਿ ਪੁਲਿਸ ਅਫਸਰ ਮੇਰੇ ਕੋਲ ਨਹੀਂ ਆ ਰਿਹਾ ਹੈ, ਇਹਨੂੰ ਮੇਰੀ ਸਟੋਰੀ ਦਾ ਪਤਾ ਨਹੀਂ, ਇਹ ਸੋਚੂਗਾ ਵੀ ਮੈਂ ਇੱਥੇ ਪਤਾ ਨਹੀਂ ਕਿਉਂ ਖੜਾ ਹੈ, ਇਹ ਮੇਰੇ ਤੇ ਸ਼ੱਕ ਕਰੂ, ਇਹਨੂੰ ਮੇਰੀ ਸਟੋਰੀ ਦਾ ਨਹੀਂ ਪਤਾ। ਕਿਹੜੀ ਸਟੋਰੀ ਉਹਦੀ? ਦੇਖੋ ਪਲਾਟ ਆ ਗਈ ਨਾ ਗੱਲ। ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਹੈਨਰੀ ਕਿੱਦਾਂ ਬਣਾਉਂਦਾ ਸਟੋਰੀ ਦਾ, ਪਲਾਟ ਬਣਾਉਂਦਾ, ਪਲਾਟ ਬਣਾਇਆ ਦੇਖੋ ਕਿੰਨਾ ਵਧੀਆ ਉਹਨੇ, ਐਕਸੀਲੈਂਟ ਪਲਾਟ। ਸੋ ਹੀ ਸੈਡ, ਉਸ ਕਰਕੇ ਉਸਨੇ ਕਿਹਾ, ਐਜ਼ ਦਾ ਪੁਲਿਸਮੈਨ ਵਾਕਡ ਅਪ ਟੂ ਹਿਮ, ਕਿਉਂਕਿ ਪੁਲਿਸਮੈਨ ਜਿਹੜਾ ਸਿਪਾਹੀ ਹੈ ਉਹਦੇ ਕੋਲੇ ਚੱਲ ਕੇ ਗਿਆ। ਇਟਸ ਆਲ ਰਾਈਟ ਆਫਿਸਰ, ਠੀਕ ਹੈ ਆਫਿਸਰ, ਆਈ ਐਮ ਜਸਟ ਵੇਟਿੰਗ ਫॉर ਅ ਫਰੈਂਡ, ਕਹਿੰਦੇ ਮੈਂ ਆਪਣੇ ਫਰੈਂਡ ਦੀ ਵੇਟ ਕਰ, ਜਸਟ ਵੇਟਿੰਗ ਫॉर ਅ ਫਰੈਂਡ। ਇਟ ਇਜ਼ ਐਨ ਅਪਾਇੰਟਮੈਂਟ ਮੇਡ 20 years ago, ਕਹਿੰਦੇ ਇਹ 20 ਸਾਲ ਪਹਿਲਾਂ ਅਪਾਇੰਟਮੈਂਟ ਫਿਕਸ ਹੋਈ ਸੀ, ਮਿਲਣੀ। ਅਪਾਇੰਟਮੈਂਟ ਦਾ ਮਤਲਬ ਹੁੰਦਾ ਮਿਲਣੀ। ਕਹਿੰਦੇ 20 ਸਾਲ ਪਹਿਲਾਂ ਅਸੀਂ ਇਹ ਮਿਲਣੀ ਫਿਕਸ ਕੀਤੀ ਸੀ। ਅਪਾਇੰਟਮੈਂਟ ਇੱਥੇ ਮਿਲਣੀ ਵਿਆਹ ਲਈ ਨਾ ਮੰਨ ਲਿਓ, ਇੱਥੇ ਦੋ ਫਰੈਂਡਸ ਮਿਲ ਰਹੇ ਨੇ, ਅਪਾਇੰਟਮੈਂਟ, ਠੀਕ ਹੈ। ਇਟ ਸਾਊਂਡਸ ਅ ਲਿਟਲ ਫਨੀ ਟੂ ਯੂ, ਡਜ਼ਨਟ ਇਟ? ਤਾਂ ਕੁਐਸਚਨ ਟੈਗ ਹੈ, ਦੇਖੋ ਤੁਹਾਨੂੰ ਮੈਂ +1 ਚ ਕਰਾਇਆ ਸੀ। ਪਹਿਲਾ ਸਟੇਟਮੈਂਟ ਹੈ ਐਜ਼ਰਟਿਵ ਸਟੇਟਮੈਂਟ ਹੈ, ਪੋਜ਼ਿਟਿਵ, ਤੇ ਉਹਦੇ ਪਿੱਛੇ ਨੈਗੇਟਿਵ ਕੁਐਸਚਨ ਟੈਗ ਹੈ। ਪਤਾ ਨਹੀਂ ਤੁਹਾਨੂੰ ਯਾਦ ਹੈ ਨਹੀਂ ਹੈ, ਮੈਂ ਇੱਕ ਪੂਰੀ ਐਕਸਰਸਾਈਜ਼ ਵੀ ਕਰਾਈ ਸੀ +1 ਚ।
ਕਹਿੰਦੇ ਤੈਨੂੰ ਸ਼ਾਇਦ ਇਹ ਫਨੀ ਨਜ਼ਰ ਆਵੇ, ਤੈਨੂੰ ਮਜ਼ਾਕ ਲੱਗੇ 20 ਸਾਲ ਪਹਿਲਾਂ ਕੋਈ ਬੰਦਾ ਅਪਾਇੰਟਮੈਂਟ ਫਿਕਸ ਕਰੂਗਾ, ਕੀ ਤੈਨੂੰ ਮਜ਼ਾਕ ਨਹੀਂ ਲੱਗ ਰਿਹਾ ਇਹ? ਡਸਨਟ ਇਟ? ਉਹ ਫਿਰ ਪੁੱਛ ਰਿਹਾ ਉਹਨੂੰ, ਵੈਲ I will explain so as to remove all suspicion from your mind. पर मैं explain करूंगा क्योंकि तेरे मन च शक चल रहे होंगे, सस्पिशन चल रहा होगा तेरे मन च, तो मैं उन्होंने explain करके दूर करूंगा। About 20 years ago there used to be a restaurant where this store stands, Brady's restaurant। कहते 20 साल पहला जिथे यह स्टोर है, उसे हार्डवेयर स्टोर की गल कर रहे हैं जिहदे बाहर खड़ा है, उस हार्डवेयर स्टोर के बारे वो इशारा करके कह रहे हैं कि ये 20 साल पहला इत्थे एक रेस्टोरेंट हुंदा सी। हुण आपां कई इत्थे ना वर्ड गलत बोलते हैं, आपां रेस्टोरेंट बोलते हैं, इट्स नॉट रेस्टोरेंट, इट्स रेस्टोरेंट। प्रॉपर प्रोनंसीएशन रेस्टोरेंट हुंदी है, ना कि रेस्टोरेंट हुंदी है। मैं पहलां दस दिंदा तुहानूं। तां 20 साल पहला इत्थे रेस्टोरेंट हुंदा सीगा जिथे यह स्टोर खड़ा है, ते उस रेस्टोरेंट का नाम भी उन्हें बोलिया की सीगा जी, ब्रैडीज रेस्टोरेंट। इसनूं अंडरलाइन कर लो बिकॉज मल्टीपल चॉइस क्वेश्चन दे विच यह क्वेश्चन आ जाए। इस पैरे च एक गल दा बेटा ख्याल करियो कि इस पैरे दे विच डायलॉग सारे किने बोले ने? मैन ने। की उस पुलिस मैन ने उस मैन नूं पछाण लिया तुहाडी नज़र च? कित्थे खड़ा वो? दो गल्लां आईयां सी इस तो पहले पैरे च। एक तां वो डार्कनड हार्डवेयर स्टोर दे बाहर खड़ा है, दैट मीनस उस हार्डवेयर स्टोर की कोई लाइट नहीं, बिल्कुल काली स्याह रात है, ਉਹਦਾ ਉਹਨੂੰ ਚਿਹਰਾ नहीं दिख रहा हजे। नंबर 2 ਤੇ 2 लैंप लगे जरूर होए ने, एक लैंप इधर है स्ट्रीट लैंप, एक लैंप उधर है, लेकिन उन्होंने दोनों के विचकार है जिथे उन्होंने दोनों की लाइट नहीं पहुंच रही, वो बंदा उस जगह पर खड़ा है। यानी कि पुलिस मैन नूं उस बंदे का चेहरा हजे तक नहीं पता कि की है, ना ही उस बंदे नूं पुलिस मैन का चेहरा दिख रहा है बिकॉज नेरा है, नेरे च खड़े हैं दोनों। ये गल का ख्याल रखियो तो स्टोरी समझ पाओगे। 5th पैराग्राफ, Until 5 years ago said the officer। ऑफिसर ने कहा कि 5 साल पहला, उन्हें की कहा सी 20 साल पहला इत्थे ब्रैडीज रेस्टोरेंट हुंदा सी। ऑफिसर की कह रहे हैं 5 साल पहला हुंदा सी, 5 साल पहला तक रहा है। ਇਹਦਾ मतलब यह है कि until 5 years ago 5 साल पहला तक इत्थे ब्रैडीज रेस्टोरेंट हुंदा सी। It was torn down then, फिर इसनूं गिरा दिता गया। टोन इत्थे बच्चों शब्द वर्ब है, टीयर टो टोन वर्ब दी फॉर्म्स हुंदियां, वो लगी हुई है। टीयर डाउन का मतलब होता है जो आप किसी बिल्डिंग को गिरा देने हैं उसनूं कहते हैं। ही वॉज अबाउट टू टेक द हैंड ऑफ द स्ट्रेंजर बट चेकड हिमसैल्फ। इस लाइन वाल ध्यान दिओ, इत्थे ही किसनूं कहा गया है क्योंकि यही वर्ड्स कौन बोल रहे हैं? ये पुलिस अफसर बोल रहे हैं। आ दोनों लाइनां किने बोलियां ने? पुलिस अफसर ने, कि 5 साल पहला तक ब्रैडीज रेस्टोरेंट हुंदा सी, उस तो बाद उन्होंने गिरा दिता गया। तो पुलिस अफसर अपना हथ अगे करन वाला ही सीगा उसका हथ पकड़न दे लई, यानी कि हैंडशेक करन वाला ही सी। He was about to take the hand of the stranger। स्ट्रेंजर मतलब अजनबी। हुण पुलिसमैन नूं इन्हां दा पता लग गया ना कि यह बंदा 20 साल पहला इहदी अपॉइंटमेंट हुई है फिक्स, हो सकदा वो आप ही होवे। वो आपां अंदाजा लाने हैं चलो एक बारी, क्योंकि वो हैंडशेक क्यों करन लग्या उहदे नाल? तुसीं की सोचदे हो? इहदा दोस्त ही हो सकदा है। ਤਾਂ ਉਹ ਹਜੇ ਹੱਥ ਉਹਨੂੰ ਮਿਲਾਣ ਲੱਗਿਆ ਹੀ ਸੀਗਾ, ਬਟ ਚੈਕਡ ਹਿਮਸੈਲਫ, ਉਸਨੇ ਆਪਣੇ ਆਪ ਨੂੰ ਰੋਕ ਲਿਆ। ਹੁਣ ਇੱਥੇ ਵੀ ਉਹਨੇ ਜਾਣ ਕੇ ਨਹੀਂ ਰੋਕਿਆ, ਦੇਖ ਰੁਕ ਗਿਆ। ਸਟੋਰੀ ਨੂੰ ਧਿਆਨ ਚ ਰੱਖੋ, ਦੋਨਾਂ ਨੇ ਇੱਕ ਦੂਜੇ ਦਾ ਚਿਹਰਾ ਨਹੀਂ ਦੇਖਿਆ, ਲੇਕਿਨ ਪਹਿਲੇ ਬੰਦੇ ਨੇ ਕਹਿਤਾ ਸੀ 20 ਸਾਲ ਪਹਿਲਾਂ ਸਾਡੇ ਦੋ ਦੋਸਤਾਂ ਦੀ ਅਪਾਇੰਟਮੈਂਟ ਫਿਕਸ ਹੋਈ ਹੈ ਇਸੇ ਜਗ੍ਹਾ, ਅਸੀਂ ਮਿਲਣਾ ਸੀ 20 ਸਾਲ ਬਾਅਦ। ਇੱਕ ਬੰਦਾ ਆ ਗਿਆ। ਇੱਥੇ ਆਹ ਵਾਲੀ ਜਿਹੜੀ ਲਾਈਨ ਹੈ ਇੱਥੋਂ ਸਾਨੂੰ ਇਹ ਥੋੜਾ ਜਿਹਾ ਕਲੀਅਰ ਹੁੰਦਾ ਹੈ ਕਿ ਦੂਜਾ ਬੰਦਾ ਇਹੀ ਹੈ, ਪੁਲਿਸਮੈਨ ਹੀ ਹੈ, ਕਿਉਂਕਿ ਉਸ ਨਾਲ ਹੱਥ ਮਿਲਾਣ ਲੱਗਿਆ ਸੀ। ਟੂ ਟੇਕ ਦਾ ਹੈਂਡ, ਉਸ ਦਾ ਹੱਥ ਪਕੜਨ ਲੱਗਿਆ ਸੀ। ਹੱਥ ਕਿਉਂ ਪਕੜੂਗਾ ਵੀ? ਕਿਸੇ ਬੰਦੇ ਦਾ ਆਪਾਂ ਹੱਥ ਕਿਉਂ ਪਕੜਾਂਗੇ ਜਿਹਨੂੰ ਆਪਾਂ ਜਾਣਦੇ ਹੋਵਾਂਗੇ? ਅਜਨਬੀ ਬੰਦੇ ਨੂੰ ਤਾਂ ਆਪਾਂ ਹੈਂਡਸ਼ੇਕ ਕਰਦੇ ਹੀ ਨਹੀਂ। ਇੱਥੋਂ ਇਹ ਲਾਈਨ ਤੋਂ ਥੋੜਾ ਜਿਹਾ ਸਾਨੂੰ ਇੱਕ ਹਿੰਟ ਮਿਲਦਾ ਹੈ ਕਿ ਸ਼ਾਇਦ ਇਹੀ ਹੈ ਪਰਸਨ ਜਿਹਦੀ ਉਹ ਵੇਟ ਕਰ ਰਿਹਾ ਬੰਦਾ। ਪਰ ਹੋਇਆ ਕਿ ਹੀ ਚੈਕਡ ਹਿਮਸੈਲਫ, ਉਸਨੇ ਆਪਣਾ ਹੱਥ ਮਿਲਾਉਂਦੇ ਮਿਲਾਉਂਦੇ ਰੋਕ ਲਿਆ। ਪਹਿਲਾਂ ਬੋਲਦੇ ਬੋਲਦੇ ਰੁਕਿਆ, ਹੁਣ ਉਹ ਹੱਥ ਮਿਲਾਉਂਦੇ ਮਿਲਾਉਂਦੇ ਰੁਕ ਗਿਆ। ਲੇਕਿਨ ਇਹ ਦੋਨੇ ਗੱਲਾਂ ਉਸਨੇ ਜਾਣ ਬੁੱਝ ਕੇ ਨਹੀਂ ਕੀਤੀਆਂ, ਉਸ ਤੋਂ ਹੋ ਗਈਆਂ।